गौड़ी की वार महला चौथा दा आपां पाठ कर रहे हैं जी। कल आपां चौथे पातशाह जी दी इस वार दियां 12 पौड़ियां तक पाठ कीता सी। जिन्हां वीरां भैणां कोल शब्दार्थ पोथियां वो गुरु ग्रंथ साहब जी का 307 अंग प्रकाश कर लैन जी। जिन्हां वीरां भैणां कोल दर्पण पोथी है वो पोथी दूजी पन्ना 775 है। आप जी ने 12 पौड़ियां तक कल आपां पाठ कीता सी। अगे अज पाठ आपां आरंभ करांगे। आप सारी संगत ने बड़े एकाग्रता दे नाल प्यार दे नाल पहलां दी तरह ही इस पाठ नूं सुनना भी, समझना भी और विचारना भी है। आओ जी असीं कोशिश करिए सतगुरु जी की पै पावनी च रहिंदियां पाठ नूं आरंभ करिए जी। सलोक महला चौथा। अंतर हर गुरु ध्याइंदा वड्डी वड्याई, उस दित्ती पूरै सतगुरु घटै नाही एक तिल किसै दी घटाई। सच साहिब सतगुरु कै वल है, तां झक झक मरै सब लोकाई। निंदकां के मोह काले करे, हर करतै आप बधाई। ज्यों ज्यों निंदक निंद करैं, त्यों त्यों नित नित चढ़ै सवाई। जन नानक हर आराध्या, तिन पैरी आन सब पाई। महला चौथा। सतगुर सेती गणत जे रखै, हालत पालत सब तिसका गया। नित झड़ियां पाए झकू सुटे, झकदा झकदा झड़ पया। नित उपाप करे माया धन कारण, अगला धन भी उठ गया। क्या वो खटे क्या वो खावे, जिस अंदर संसार दुख पया। निर्वैर नाल जे वैर रचाए, सब पाप जगत का तेना सिर लया। उस अगे पिछे ढोई नाही, जिस अंदर निंदा मोह अंब पया। जे सोने नो ओ हथ पाए, तां खेहू सेती रल गया। जे गुर की शरणी फिर को आवे, तां पिछले औगण बख्श लया। जन नानक अन दिन नाम ध्याया, हर सिमरत किल विख पाप गया। पौड़ी तू है सच्चा सच तू, सब तू उपर तू दीवान। जो तुद सच ध्याइंदे, सच सेवन सचे तेरा मान। ओना अंदर सच मुख उजले, सच बोलन सचे तेरा कान। से भगत जिन्नी गुरमुख सालाहिया, सच शब्द निशान। सच जे सचे सेवंदे,
ਤਿਨ ਵਾਰੀ ਸਤ ਕੁਰਬਾਨ। ਸ਼ਲੋਕ ਮਹਿਲਾ ਚੌਥਾ। ਤੁਰ ਮਾਰੇ ਪੂਰੈ ਸਤਿਗੁਰੂ, ਸੇ ਹੁਣ ਸਤਿਗੁਰ ਮਾਰੇ। ਜੇ ਮੇਲਨ ਨੂੰ ਬਹੁ ਤੇਰਾ ਲੋਚੀਐ, ਨਾ ਦੇਈ ਮਿਲਨ ਕਰਤਾਰੇ। ਸਤ ਸੰਗਤ ਢੋਈ ਨਾ ਲਹਿਨਾ, ਵਿੱਚ ਸੰਗਤ ਗੁਰ ਵਿਚਾਰੇ। ਕੋਈ ਜਾਏ ਮਿਲੈ ਹੁਣ ਉਹਨਾਂ ਨੂੰ, ਤਿਸ ਮਾਰੇ ਜਮ ਜੰਦਾਰੇ। ਗੁਰ ਬਾਬੈ ਫਿਟ ਕੇ ਸੇ ਫਿਟੇ, ਗੁਰ ਅੰਗਦ ਕੀਤੇ ਕੁੜਿਆਰੇ। ਗੁਰ ਤੀਜੀ ਪੀੜੀ ਵਿਚਾਰਿਆ, ਕਿਆ ਹੱਥ ਇਹਨਾਂ ਵਿਚਾਰੇ। ਗੁਰ ਚੌਥੀ ਪੀੜੀ ਟਿਕਿਆ, ਤਿਨ ਨਿੰਦਕ ਦੁਸ਼ਟ ਸਭ ਤਾਰੇ। ਹਾਂਜੀ, ਇੱਕ ਤਾਂ ਜਿਹੜਾ ਇਸ ਆਖਰੀ ਲਾਈਨ ਦਾ ਅਸੀਂ ਪਾਠ ਕਰ ਰਹੇ ਹਾਂ, ਗੁਰ ਚੌਥੀ ਪੀੜੀ ਟਿਕਿਆ। ਟਿਕਿਆ ਅਸੀਂ ਜ਼ੋਰ ਦੇ ਕੇ ਪਾਠ ਨਾ ਕਰੀਏ, ਟਿਕਿਆ। ਦੂਜਾ, ਗੁਰੂ ਰਾਮਦਾਸ ਜੀ ਦਾ ਇਹ ਸ਼ਲੋਕ ਇਸ ਗੱਲ ਵੱਲ ਵੀ ਸੰਕੇਤ ਕਰ ਰਿਹਾ ਹੈ ਔਰ ਸਪਸ਼ਟ ਸੰਕੇਤ ਕਰ ਰਿਹਾ ਹੈ। ਬੜੇ ਸਪਸ਼ਟ ਬੋਲ ਨੇ। ਗੁਰ ਬਾਬੇ ਫਿਟ ਕੇ, ਗੁਰ ਬਾਬੇ ਦਾ ਅਰਥ ਹੈ ਗੁਰੂ ਬਾਬੇ ਭਾਵ ਗੁਰੂ ਨਾਨਕ ਸਾਹਿਬ ਨੇ। ਜਿਹੜੇ ਗੁਰੂ ਨਾਨਕ ਸਾਹਿਬ ਨੇ ਦੁਰਕਾਰ ਦਿੱਤੇ, ਫਿਟਕਾਰ ਦਿੱਤੇ। ਦੂਜਾ ਪਦ ਸਤਿਗੁਰੂ ਨੇ ਰੱਖਿਆ ਗੁਰ ਅੰਗਦ, ਸਿਹਾਰੀ ਲੱਗੀ ਹੋਈ ਹੈ। ਗੁਰੂ ਅੰਗਦ ਨੇ ਵੀ ਕੀਤੇ ਕੂੜਿਆਰੇ। ਗੁਰੂ ਅੰਗਦ ਸਾਹਿਬ ਨੇ ਵੀ ਉਹਨਾਂ ਨੂੰ ਕੂੜਿਆਰ ਜਾਣ ਕੇ ਪਾਸੇ ਕਰ ਲਿਆ। ਗੁਰ ਸਿਹਾਰੀ ਲੱਗੀ ਹੈ, ਦੇਖਿਓ। ਗੁਰ ਤੀਜੀ ਪੀੜੀ ਵਿਚਾਰਿਆ। ਗੁਰੂ ਨੇ ਤੀਜੀ ਪੀੜੀ, ਤੀਜੀ ਪੀੜੀ ਦਾ ਅਰਥ ਹੈ ਗੁਰੂ ਅਮਰਦਾਸ। ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਤੀਜੀ ਪੀੜੀ। ਗੁਰੂ ਨੇ ਤੀਜੇ ਥਾਂ ਤੇ ਆ ਕੇ ਵਿਚਾਰਿਆ। ਕੀ ਵਿਚਾਰਿਆ? ਕਿਆ ਹੱਥ ਇਹਨਾਂ ਵਿਚਾਰੇ। ਇਹਨਾਂ ਵਿਚਾਰਿਆਂ ਦੇ ਹੱਥ ਕੀ ਹੈ? ਇਹਨਾਂ ਵਿਚਾਰਿਆਂ ਦੇ ਹੱਥ ਵਿੱਚ ਕੁਝ ਨਹੀਂ। ਇਹ ਤਾਂ ਚੁੱਕੇ ਚੁਕਾਏ, ਐਵੇਂ ਹਉਮੈ ਹੰਕਾਰ ਦੇ ਮਾਰੇ ਹੋਏ ਇਹ ਗੱਲਾਂ ਕਰ ਗਏ। ਬਾਕੀ ਇਹਨਾਂ ਦੇ ਹੱਥ ਵੱਸ ਕੁਛ ਨਹੀਂ। ਅਗਲੀ ਲਾਈਨ ਹੈ ਗੁਰ ਚੌਥੀ ਪੀੜੀ ਟਿਕਿਆ। ਜਦੋਂ ਗੁਰੂ ਚੌਥੀ ਪੀੜੀ 'ਚ ਟਿਕਿਆ, ਗੁਰੂ ਚੌਥੀ ਪੀੜੀ ਦੇ ਵਿੱਚ ਆਇਆ ਗੁਰੂ ਰਾਮਦਾਸ। ਤਿੰਨ ਉਸ ਗੁਰੂ ਨੇ ਚੌਥੇ ਥਾਂ ਤੇ ਨਿੰਦਕ ਦੁਸ਼ਟ ਸਭ ਤਾਰੇ। ਗੁਰੂ ਨੇ ਸਾਰੇ ਹੀ ਤਾਰ ਦਿੱਤੇ। ਔਰ ਜਿਹੜੀ ਗੱਲ ਮੈਂ ਕਰਨ ਲੱਗਿਆ ਸਾਂ, ਸਪਸ਼ਟ ਸੰਕੇਤ, ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਗੁਰਤਾ ਗੱਦੀ ਦਾ ਫੈਸਲਾ ਕਰ ਲਿਆ, ਗੁਰੂ ਅੰਗਦ ਸਾਹਿਬ ਜੀ ਨੂੰ ਨਮਸਕਾਰ ਕੀਤੀ, ਤਾਂ ਸਭ ਤੋਂ ਜ਼ਿਆਦਾ ਵਿਰੋਧ ਗੁਰੂ ਅੰਗਦ ਸਾਹਿਬ ਦਾ ਗੁਰੂ ਨਾਨਕ ਸਾਹਿਬ ਦੇ ਪੁੱਤਰਾਂ ਨੇ ਕੀਤਾ, ਜਿਹਦੇ ਵਿੱਚ ਸ੍ਰੀ ਚੰਦ ਜੀ ਔਰ ਬਾਬਾ ਲਖਮੀ ਦਾਸ ਜੀ। ਇਹਨਾਂ ਦੋਨਾਂ ਦੇ ਸਖਤ ਵਿਰੋਧ ਕਰਨ ਦੇ ਬਾਅਦ ਗੁਰੂ ਨਾਨਕ ਸਾਹਿਬ ਨੇ ਆਪ ਹੀ ਹੁਕਮ ਕੀਤਾ ਸੀ ਗੁਰੂ ਅੰਗਦ ਸਾਹਿਬ ਜੀ ਨੂੰ ਕਿ ਤੁਸੀਂ ਕਰਤਾਰਪੁਰ ਛੱਡ ਕੇ ਖਡੂਰ ਚਲੇ ਜਾਓ। ਔਰ ਇਹ ਸਪਸ਼ਟ ਸੰਕੇਤ ਹੈ, ਗੁਰ ਬਾਬੇ ਫਿਟ ਕੇ। ਹਾਲਾਂਕਿ ਗੁਰੂ ਨਾਨਕ ਸਾਹਿਬ ਨੇ ਸਮਝਾਉਣ ਦਾ ਯਤਨ ਕੀਤਾ ਪਰ ਨਹੀਂ ਸੁਣੀ ਇਹਨਾਂ ਨੇ। ਔਰ ਇਦਾਂ ਦਾ ਸੰਕੇਤ ਤੁਹਾਨੂੰ ਬਾਣੀ ਚੋਂ ਹੋਰ ਵੀ ਮਿਲਦਾ ਹੈ। ਤੁਸੀਂ ਸੱਦ ਬਾਣੀ ਪੜੋ ਬਾਬਾ ਸੁੰਦਰ ਜੀ ਵਾਲੀ, ਰਾਮਕਲੀ ਰਾਗ 'ਚ।
ਰਾਮਕਲੀ ਰਾਗ 'ਚ ਬਾਬਾ ਸੁੰਦਰ ਜੀ ਦੀ ਬਾਣੀ ਪੜੋਗੇ, ਸੱਦ ਬਾਣੀ, ਤਾਂ ਸੱਦ ਬਾਣੀ 'ਚ ਇਹ ਸੰਕੇਤ ਮਿਲ ਰਿਹਾ ਹੈ, ਮੋਰੀ ਪੁੱਤ ਸਨਮੁਖ ਹੋਇਆ, ਰਾਮਦਾਸੈ ਪੈਰੀ ਪਾਏ ਜਿਉ। ਹੁਣ ਮੋਰੀ ਪੁੱਤ ਸਨਮੁਖ ਹੋਇਆ ਲਿਖਿਆ ਗਿਆ। ਜਦੋਂ ਉਹਨੂੰ ਹੋਰ ਲੱਭਣ ਲਈ ਕਿ ਇਹ ਲਿਖਿਆ ਮੋਰੀ ਪੁੱਤ ਸਨਮੁਖ ਹੋਇਆ, ਰਾਮਦਾਸੈ ਪੈਰੀ ਪਾਏ ਜਿਉ, ਕੋਈ ਗੱਲ ਇਸ ਤਰ੍ਹਾਂ ਦੀ ਲੱਗਦੀ ਹੈ ਜਿਵੇਂ ਮੋਰੀ ਨੂੰ ਸਮਝਾ ਕੇ ਨਮਸਕਾਰ ਕਰਵਾਈ ਗਈ। ਔਰ ਫਿਰ ਭਾਈ ਗੁਰਦਾਸ ਜੀ ਨੂੰ ਪੜੋਗੇ ਤਾਂ ਭਾਈ ਗੁਰਦਾਸ ਜੀ ਨੇ ਉਹ ਸਾਰਾ ਖੁਲਾਸਾ ਕਰ ਲਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਿਹਾ, ਮੋਣ ਕਮਲਾ ਹੋਇਆ, ਚੌਬਾਰਾ ਮੋਰੀ ਮਨਾਇਆ। ਮੋਣ ਮੋਰੀ ਦੋਨੋਂ ਹੀ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਮਿਲਣ ਤੇ ਨਮਸਕਾਰ ਕਰਨ ਤੋਂ ਮੁਕਰ ਗਏ। ਗੁਰੂ ਅਮਰਦਾਸ ਜੀ ਨੇ ਮੋਰੀ ਨੂੰ ਆਪਣੇ ਪੁੱਤਰ ਨੂੰ ਸਮਝਾਇਆ, ਮੋਣ ਨੂੰ ਸਮਝਾਇਆ, ਮੋਣ ਨਹੀਂ ਸਮਝਿਆ, ਦਰਬਾਰ ਚੋਂ ਉੱਠ ਕੇ ਚਲਾ ਗਿਆ ਆਬਾ ਤਬਾ ਬੋਲਦਾ। ਪਰ ਗੁਰੂ ਅਮਰਦਾਸ ਜੀ ਦੀ ਪ੍ਰੇਰਣਾ ਦੇ ਨਾਲ ਬਾਬਾ ਮੋਰੀ ਜੀ ਨੇ ਗੁਰੂ ਰਾਮਦਾਸ ਜੀ ਨੂੰ ਨਮਸਕਾਰ ਕਰ ਦਿੱਤੀ। ਭਾਈ ਸੱਤਾ ਜੀ ਭਾਈ ਬਲਵੰਡ ਜੀ ਵਾਲੀ ਵਾਰ ਪੜੋਗੇ ਤੁਹਾਨੂੰ ਉੱਥੇ ਵੀ ਇਹ ਮਿਲੇਗਾ। ਉੱਥੇ ਵੀ ਇਹੀ ਬੋਲ ਲਿਖੇ ਹੋਏ ਨੇ, ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋਂ ਕੰਨ ਮੁਰਟੀਐ, ਦਿਲ ਖੋਟੇ ਆਕੀ ਫਿਰਨ, ਬਨ ਭਾਰ ਉਚਾਇਨ ਛੱਟੀਐ। ਪੁੱਤਰਾਂ ਨੇ ਗੁਰੂ ਬਾਬੇ ਦਾ ਕੌਲ ਪਾਲਿਆ ਨਹੀਂ, ਗੁਰੂ ਬਾਬੇ ਦੇ ਹੁਕਮ ਦੀ ਪਾਲਣਾ ਕੀਤੀ ਨਹੀਂ, ਉਸ ਤੋਂ ਮੁਨਕਰ ਹੋ ਗਏ। ਤਾਂ ਇਹ ਸਾਨੂੰ ਬਹੁਤ ਸਾਰੇ ਸੰਕੇਤ, ਜਿੱਦਾਂ ਇੱਥੇ ਵੀ ਸਾਨੂੰ ਗੁਰੂ ਰਾਮਦਾਸ ਜੀ ਦਾ ਇਹ ਸੰਕੇਤ ਮਿਲ ਰਿਹਾ ਹੈ, ਇਦਾਂ ਹੀ ਭਾਈ ਸੱਤਾ ਜੀ ਬਲਵੰਡ ਜੀ ਵਾਲੀ ਵਾਰ ਵਿੱਚੋਂ ਸਾਨੂੰ ਮਿਲ ਰਿਹਾ ਹੈ, ਇਦਾਂ ਹੀ ਸਾਨੂੰ ਉੱਥੇ ਸੱਦ ਬਾਣੀ ਦੇ ਵਿੱਚੋਂ ਮਿਲ ਰਿਹਾ ਹੈ। ਔਰ ਜੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹਨ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਨੂੰ ਇਹ ਸਪਸ਼ਟ ਸੰਕੇਤ ਸਾਰੇ ਉੱਥੇ ਵੀ ਬਾਈ ਨੇਮ ਮਿਲ ਜਾਣਗੇ, ਜਿਹੜੇ ਨਾਂ ਲੈ ਕੇ ਉਹਨਾਂ ਨੇ ਇਸ ਤਰੀਕੇ ਨਾਲ ਆਖਿਆ। ਸ੍ਰੀ ਚੰਦ ਵੀ ਇਸੇ ਤਰੀਕੇ ਨਾਲ, ਦਾਤੂ ਦਾਸੂ ਨੇ ਵੀ ਇਦਾਂ ਹੀ ਕੀਤਾ, ਮੋਣ ਨੇ ਵੀ ਇਦਾਂ ਹੀ ਕੀਤਾ, ਹਾਲਾਂਕਿ ਮੋਰੀ ਸਨਮੁਖ ਹੋ ਗਿਆ। ਮੋਣ ਨੇ ਵੀ ਇਦਾਂ ਹੀ ਕੀਤਾ, ਮੋਣ ਤੋਂ ਬਾਅਦ ਪ੍ਰਿਥੀ ਚੰਦ ਨੇ ਵੀ ਇਦਾਂ ਹੀ ਕੀਤਾ। ਤਾਂ ਇਹ ਸਾਰੀਆਂ ਗੱਲਾਂ ਬਾਤਾਂ ਸਾਨੂੰ ਬਾਣੀ ਚੋਂ, ਇਤਿਹਾਸ ਚੋਂ ਮਿਲਦੀਆਂ ਨੇ। ਤਾਂ ਇੱਥੇ ਜਿਹੜਾ ਗੁਰੂ ਰਾਮਦਾਸ ਨੇ ਸੰਕੇਤ ਦਿੱਤਾ, ਗੁਰ ਬਾਬੇ ਫਿਟਕੇ ਸੇ ਫਿੱਟੇ, ਗੁਰ ਅੰਗਦ ਕੀਤੇ ਕੂੜਿਆਰੇ, ਗੁਰ ਤੀਜੀ ਪੀੜੀ ਟਿਕਿਆ, ਕਿਆ ਹੱਥ ਇਹਨਾਂ ਵਿਚਾਰੇ, ਗੁਰ ਚੌਥੀ ਪੀੜੀ ਟਿਕਿਆ, ਕਿਆ ਤਿੰਨ ਨਿੰਦਕ ਦੁਸ਼ਟ ਸਭ ਤਾਰੇ। ਗੁਰੂ ਨੇ ਸਾਰੇ ਤਾਰ ਦਿੱਤੇ। ਔਰ ਇੱਥੇ ਹੀ ਇਸ ਗੱਲ ਵੱਲ ਵੀ ਧਿਆਨ ਦੇਣਾ ਗੁਰੂ ਪਿਆਰਿਓ, ਜਿੱਥੇ ਗੁਰੂ ਅੰਗਦ ਸਾਹਿਬ ਨੇ ਇਹਨਾਂ ਨੂੰ ਕੂੜਿਆਰ ਜਾਣ ਕੇ ਪਾਸੇ ਕਰ ਦਿੱਤਾ, ਤੀਜੀ ਪੀੜ੍ਹੀ ਵੇਲੇ ਗੁਰੂ ਨੇ ਵਿਚਾਰਿਆ ਕਿ ਇਹਨਾਂ ਦੇ ਹੱਥ ਵਸ ਕੁਛ ਨਹੀਂ, ਚੁੱਕੇ ਚਕਾਏ ਇਦਾਂ ਲੱਗੇ ਹੋਏ ਨੇ। ਗੁਰੂ ਰਾਮਦਾਸ ਜੀ ਵੇਲੇ ਕੁਝ ਕੁ ਗੱਲਾਂ ਸਾਨੂੰ ਮਿਲਦੀਆਂ ਨੇ ਤੇ ਇੱਥੇ ਸਪਸ਼ਟ ਸੰਕੇਤ ਆ ਵੀ ਗਿਆ, ਗੁਰੂ ਰਾਮਦਾਸ ਜੀ ਦਾ ਆਪਣਾ ਆ ਗਿਆ ਕਿ ਸ੍ਰੀ ਚੰਦ ਜੀ ਗੁਰੂ ਰਾਮਦਾਸ ਜੀ ਤੱਕ ਬਹੁਤ ਹੱਦ ਤੱਕ ਮੇਲ ਮਿਲਾਪ ਕਰਨ ਲੱਗ ਗਏ ਸੀ। ਬਹੁਤ ਹੱਦ ਤੱਕ ਉਹ ਗੁਰੂ ਘਰ ਵਾਲੇ ਪਾਸੇ ਨੂੰ ਮੋੜਾ ਕੱਟ ਚੁੱਕੇ ਸੀ, ਕਿਉਂਕਿ ਉਹਨਾਂ ਨੇ ਵਿਰੋਧ ਸਿਰਫ ਗੁਰੂ ਅੰਗਦ ਸਾਹਿਬ ਦਾ ਕੀਤਾ ਸੀ, ਫਿਰ ਉਸ ਤੋਂ ਬਾਅਦ ਗੁਰੂ ਅਮਰਦਾਸ ਦਾ ਵਿਰੋਧ ਨਹੀਂ ਕੀਤਾ। ਤਾਂ ਗੁਰੂ ਰਾਮਦਾਸ ਜੀ ਵੇਲੇ ਤੱਕ ਉਹ ਮੋੜਾ ਕੱਟ ਚੁੱਕੇ ਸੀ। ਗੁਰੂ ਰਾਮਦਾਸ ਜੀ ਤੋਂ ਬਾਅਦ ਗੁਰੂ ਅਰਜਨ ਸਾਹਿਬ ਨਾਲ ਵੀ ਮੇਲ ਹੁੰਦਾ ਰਿਹਾ। ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਬਾਬਾ ਸ੍ਰੀ ਚੰਦ ਨੇ ਆਪਣਾ ਉਹ ਵੱਖਰਾ ਰਾਹ ਜਿਹੜਾ ਸੀਗਾ ਉਹਨੂੰ ਸਮੇਟ ਕੇ ਤਾਂ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹਵਾਲੇ ਹੀ ਕਰ ਦਿੱਤਾ ਸੀਗਾ। ਤਾਂ ਉਹ ਸਾਰਾ ਉਹਨਾਂ ਨੇ ਸਮੇਟ ਕੇ ਸਿੱਖ ਪੰਥ ਦੇ ਅੰਦਰ ਹੀ ਸ਼ਾਮਲ ਕਰ ਦਿੱਤਾ ਸੀਗਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਉਹਨਾਂ ਨੇ ਹੱਥ ਜੋੜ ਕੇ ਤਾਂ ਉਹ ਸਾਰੀ ਆਪਣੀ ਚਲਾਈ ਹੋਈ ਗੱਲਬਾਤ ਜਿਹੜੀ ਲਹਿਰ ਸੀਗੀ ਉਹਨੂੰ ਉਹਨਾਂ ਨੇ ਸਮਾਪਤ ਕਰਕੇ ਸਿੱਖੀ ਲਹਿਰ ਦੇ ਅੰਦਰ ਉਹਨਾਂ ਨੇ ਪ੍ਰਵੇਸ਼ ਲੈ ਲਿਆ ਸੀ। ਤਾਂ ਇਸ ਗੱਲ ਨੂੰ ਵੀ ਅਸੀਂ ਧਿਆਨ 'ਚ ਰੱਖਣਾ, ਕਿਉਂਕਿ ਤੁਹਾਨੂੰ ਯਾਦ ਹੋਏਗਾ
ਜਦੋਂ ਬਾਬਾ ਸ੍ਰੀ ਚੰਦ ਜੀ ਨੇ ਇਹ ਵੱਖਰਾ ਸਿਲਸਿਲਾ ਚਲਾ ਲਿਆ ਗੁਰੂ ਅੰਗਦ ਸਾਹਿਬ ਦੇ ਬਰਾਬਰ ਤੇ, ਤਾਂ ਉਹ ਉਦਾਸੀਆਂ ਦਾ ਸਿਲਸਿਲਾ ਮੰਨਿਆ ਗਿਆ। ਉੱਥੇ ਗ੍ਰਸਤੀ ਨੂੰ ਪ੍ਰਵਾਨਗੀ ਨਹੀਂ ਆ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਇਸ ਲਹਿਰ ਨੂੰ ਸਮਾਪਤ ਕੀਤਾ ਗਿਆ ਤਾਂ ਆਪ ਜੀ ਨੂੰ ਯਾਦ ਹੋਏਗਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਬੇਟੇ ਬਾਬਾ ਗੁਰਦਿੱਤਾ ਜੀ ਨੂੰ ਹੀ ਉੱਥੇ ਅੱਗੇ ਲਾਇਆ ਗਿਆ ਤੇ ਬਾਬਾ ਗੁਰਦਿੱਤਾ ਜੀ ਗ੍ਰਸਤੀ ਨੇ। ਗ੍ਰਸਤੀ ਦੇ ਹਵਾਲੇ ਇਸ ਲਹਿਰ ਦਾ ਕੀਤਾ ਜਾਣਾ ਇਸ ਗੱਲ ਦੀ ਸਿੱਧੀ ਪ੍ਰਵਾਨਗੀ ਹੈ ਕਿ ਜਿਹੜਾ ਬਾਬਾ ਸ੍ਰੀ ਚੰਦ ਜੀ ਨੇ ਚਲਾਇਆ ਸੀ ਉਹ ਸਮਾਪਤ ਹੋ ਚੁੱਕਾ, ਉੱਥੇ ਉਹ ਸਮਾਪਤੀ ਹੋ ਚੁੱਕੀ ਆ। ਤਾਂ ਉਹ ਬਾਬਾ ਸ੍ਰੀ ਚੰਦ ਜੀ ਨੇ ਗੁਰੂ ਅੰਗਦ ਸਾਹਿਬ ਜੀ ਦੇ ਟਾਈਮ ਤੇ ਜ਼ਰੂਰ ਭੁਲੇਖੇ ਖੜੇ ਕੀਤੇ, ਜਾਂ ਗਲਤੀ ਕਹਿ ਲਓ, ਗਲਤੀ ਹੋਈ, ਗੁਰੂ ਬਾਬੇ ਦੇ ਹੁਕਮ ਤੋਂ ਮੁਨਕਰ ਹੋਇਆ, ਪਰ ਗੁਰੂ ਹਰਗੋਬਿੰਦ ਸਾਹਿਬ ਜੀ ਵੇਲੇ ਉਹ ਸਿੱਖ ਧਰਮ ਦੇ ਅੰਦਰ ਦੁਬਾਰਾ ਪ੍ਰਵੇਸ਼ ਕਰ ਚੁੱਕੇ ਸਨ। ਹਾਂਜੀ। ਗੁਰ ਚੌਥੀ ਪੀੜੀ ਟਿਕਿਆ, ਤਿੰਨ ਨਿੰਦਕ ਦੁਸ਼ਟ ਸਭ ਤਾਰੇ। ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰੂ ਕੀ, ਤਿਸ ਕਾਰਜ ਸਭ ਸਵਾਰੇ। ਜੋ ਇੱਛੈ ਸੋ ਫਲ ਪਾਏ ਸੀ, ਪੁੱਤ ਧਨ ਲਖਮੀ ਹੜ ਮੇਲੇ ਹਰ ਨਿਸਤਾਰੇ। ਸਭ ਨਿਧਾਨ ਸਤਿਗੁਰੂ ਵਿੱਚ, ਜਿਸ ਅੰਦਰ ਹਰ ਗੁਰ ਧਾਰੇ। ਸੋ ਪਾਏ ਪੂਰਾ ਸਤਿਗੁਰੂ, ਜਿਸ ਲਿਖਿਆ ਲਿਖਤ ਲਿਲਾਰੇ। ਜਨ ਨਾਨਕ ਮੰਗੈ ਧੂੜ ਤਿੰਨ, ਜੋ ਗੁਰ ਸਿੱਖ ਮਿਤ ਪਿਆਰੇ। ਮਹਿਲਾ ਚੌਥਾ। ਜਿਨ ਕੋ ਆਪ ਦੇ ਵਡਿਆਈ, ਜਗਤ ਭੀ ਆਪੇ ਆਣ ਤਿਨ ਕੋ ਪੈਰੀ ਪਾਏ। ਡਰੀਐ ਤਾਂ ਜੇ ਕਿਛ ਆਪ ਤੂੰ ਕੀਚੈ, ਸਭ ਕਰਤਾ ਆਪਣੀ ਕਲਾ ਵਧਾਏ। ਦੇਖੋ ਭਾਈ ਇਹ ਅਖਾੜਾ, ਹਰ ਪ੍ਰੀਤਮ ਸੱਚੇ ਕਾ। ਜਿਨ ਆਪਣੇ ਜ਼ੋਰ ਸਭ ਆਣ ਨਿਵਾਏ, ਆਪਣਿਆਂ ਭਗਤਾਂ ਕੀ ਰੱਖ ਕਰੇ ਹਰ ਸੁਆਮੀ। ਨਿੰਦਕਾਂ ਦੁਸ਼ਟਾਂ ਕੇ ਮੋਹ ਕਾਲੇ ਕਰਾਏ। ਸਤਿਗੁਰ ਕੀ ਵਡਿਆਈ ਨਿਤ ਚੜੈ ਸਵਾਈ, ਹਰ ਕੀਰਤ ਭਗਤ ਨਿਤ ਆਪ ਕਰਾਏ। ਅਨ ਦਿਨ ਨਾਮ ਜਪੋ ਗੁਰ ਸਿੱਖੋ, ਹਰ ਕਰਤਾ ਸਤਿਗੁਰ ਘਰੀ ਵਸਾਏ। ਹਰ ਕਰਤਾ ਸਤਿਗੁਰ। ਅਨ ਦਿਨ ਨਾਮ ਜਪੋ ਗੁਰ ਸਿੱਖੋ, ਹਰ ਕਰਤਾ ਸਤਿਗੁਰ ਘਰੀ ਵਸਾਏ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੋਹ ਕਢਾਏ। ਠੀਕ ਹੈ ਜੀ। ਗੁਰੂ ਰਾਮਦਾਸ ਜੀ ਦਾ ਸ਼ਲੋਕ ਹੈ, ਤੁਸੀਂ ਸਾਰੇ ਦਰਸ਼ਨ ਕਰ ਰਹੇ ਹੋ। ਗੁਰੂ ਰਾਮਦਾਸ ਜੀ ਨੇ ਸਿੱਧਾ ਸੰਬੋਧਨ ਕਰਕੇ ਨਾਂ ਲੈ ਕੇ ਤੇ ਇਦਾਂ ਕਹੋ ਕਿ ਹੁਕਮ ਕਰ ਦਿੱਤਾ ਹੈ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ। ਸਤਿਗੁਰੂ ਦੀ ਬਾਣੀ ਨੂੰ ਸਤ ਸਤ ਕਰਕੇ ਜਾਣੋ ਗੁਰਸਿੱਖੋ। ਹਰ ਕਰਤਾ ਆਪ ਮੋਹ ਕਢਾਏ। ਇਹ ਬਾਣੀ ਕਰਤਾ ਆਪ ਮੋਹ ਕਢਵਾ ਰਿਹਾ ਹੈ ਗੁਰਸਿੱਖੋ। ਸਤਿਗੁਰੂ ਦੀ ਬਾਣੀ ਨੂੰ ਸਤ ਸਤ ਕਰਕੇ ਜਾਣੋ। ਇੱਕ ਗੱਲ ਹੋਰ ਵੇਖੋ ਕਿੰਨੀ ਕਮਾਲ ਦੀ ਹੈ। ਅਸੀਂ ਦੋਹਰਾ ਪੜ੍ਹਦੇ ਹਾਂ, ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਪਰ ਜਦੋਂ ਅਸੀਂ ਇਦਾਂ ਪੜ੍ਹਦੇ ਜਾ ਰਹੇ ਹਾਂ ਤਾਂ ਸ਼ਲੋਕ ਗੁਰੂ ਰਾਮਦਾਸ ਜੀ ਦਾ, ਤੇ ਗੁਰੂ ਰਾਮਦਾਸ ਜੀ ਬਾਣੀ ਨੂੰ ਵੇਖੋ ਕਿੰਨਾ ਵੱਡਾ ਮਹੱਤਵ ਪਹਿਲਾਂ ਹੀ ਦੇ ਰਹੇ ਆ। ਇਹ ਨਹੀਂ ਕਿ ਸਿਰਫ ਇਹ 10ਵੇਂ ਪਾਤਸ਼ਾਹ ਜੀ ਵੇਲੇ ਅਚਾਨਕ ਹੁਕਮ ਹੋ ਗਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨੋ, ਬਾਣੀ ਨੂੰ ਗੁਰੂ ਮੰਨ ਲਓ। ਇਹ ਪੜ੍ਹਾਈ ਲਗਾਤਾਰ ਹਰ ਜਾਮੇ ਦੇ ਵਿੱਚ ਸਤਿਗੁਰੂ ਨੇ ਆਪ ਕਰਵਾਈ ਆ। ਗੁਰੂ ਅਮਰਦਾਸ ਜੀ ਦੇ ਇਹ ਬੋਲ ਤਾਂ ਤੁਹਾਡੇ ਸਾਰਿਆਂ ਦੇ ਯਾਦ ਹੋਣੇ ਆ।
ਜਦੋਂ ਗੁਰੂ ਅਮਰਦਾਸ ਕਹਿੰਦੇ ਨੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਬਾਣੀਆਂ ਸਿਰ ਬਾਣੀ। ਬਾਣੀਆਂ ਸਿਰ ਬਾਣੀ, ਸਿਰ ਦਾ ਅਰਥ ਹੈ ਬਾਣੀਆਂ ਵਿੱਚੋਂ ਸ਼੍ਰੋਮਣੀ ਬਾਣੀ ਹੈ। ਬਾਣੀਆਂ ਤਾਂ ਬਥੇਰੀਆਂ ਹੋਣਗੀਆਂ ਇੱਥੇ, ਬਥੇਰਾ ਕੁਝ ਰਚਿਆ ਜਾ ਸਕਦਾ ਹੈ, ਇਕੱਠਾ ਕੀਤਾ ਜਾ ਸਕਦਾ ਹੈ, ਬਥੇਰਾ ਕੁਝ ਸਾਡੇ ਆਲੇ ਦੁਆਲੇ ਹੋ ਸਕਦਾ ਹੈ, ਬਥੇਰੀਆਂ ਬਾਣੀਆਂ ਹੋਣਗੀਆਂ, ਬਥੇਰਾ ਕੁਝ ਲਿਖਿਆ ਹੋਏਗਾ, ਪਰ ਬਾਣੀਆਂ ਵਿੱਚੋਂ ਸ਼੍ਰੋਮਣੀ ਬਾਣੀ ਗੁਰੂ ਦੀ ਬਾਣੀ ਗਾਓ। ਬਾਣੀ ਗਾਉਣ ਦੀ ਗੱਲ ਆਈ, ਮਾਝ ਕੀ ਵਾਰ ਦਾ ਸ਼ਲੋਕ ਜੇ ਯਾਦ ਰੱਖਿਆ ਹੋਏਗਾ ਤੁਹਾਡੇ ਪੋਥੀਆਂ ਦੇ ਵਿੱਚ ਸੀਗਾ, ਆਪਾਂ ਮਾਝ ਕੀ ਵਾਰ ਪੜ੍ਹਦੇ ਹਾਂ, ਯਾਦ ਰੱਖਿਆ ਸੀ। ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮਿਓ। ਦੀਖਿਆ ਦੀ ਗੱਲ ਗੁਰੂ ਅੰਗਦ ਸਾਹਿਬ ਵੀ ਕਰ ਰਹੇ। ਦੀਖਿਆ ਦਾ ਅਰਥ ਹੈ ਸਿੱਖਿਆ, ਉਪਦੇਸ਼। ਗੁਰੂ ਦੀਖਿਆ ਆਖ ਕੇ ਦੇ ਕੇ ਸਮਝਾਉਂਦਾ ਹੈ। ਤੇ ਗੁਰੂ ਨਾਨਕ ਸਾਹਿਬ ਦਾ ਇਹ ਵਾਕ ਤਾਂ ਸਾਨੂੰ ਸਾਰਿਆਂ ਨੂੰ ਹੀ ਯਾਦ ਹੈ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਇਸ ਤੋਂ ਬਾਅਦ ਗੁਰੂ ਅਰਜਨ ਸਾਹਿਬ ਜੀ ਦੇ ਸ਼ਬਦ ਵੇਖੋਗੇ। ਗੁਰੂ ਅਰਜਨ ਸਾਹਿਬ ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ, ਰੰਗ ਰੰਗੀ ਕਰਤਾਰੀ ਰੇ। ਕਿੱਡਾ ਵੱਡਾ ਮਹੱਤਵ ਬਾਣੀ ਦਾ ਹੀ ਹੈ ਨਾ। ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ, ਇਹ ਬਾਣੀ ਦੀ ਗੱਲ ਹੈ ਨਾ। ਤਾਂ ਇਹ ਠੀਕ ਹੈ, 10ਵੇਂ ਪਾਤਸ਼ਾਹ ਜੀ ਨੇ ਆਗਿਆ ਭਈ ਅਕਾਲਕੀ ਵਾਲਾ ਹੁਕਮ ਸਾਨੂੰ ਕੀਤਾ ਆਖਰੀ ਸਮੇਂ ਤੇ। ਪਰ ਮੈਂ ਜਿਹੜੀ ਗੱਲ ਕਰ ਰਿਹਾ ਕਿ 10ਵੇਂ ਪਾਤਸ਼ਾਹ ਜੀ ਨੇ ਅਚਾਨਕ ਇਹ ਹੁਕਮ ਨਹੀਂ ਕੀਤਾ, ਸਗੋਂ 10ਵੇਂ ਪਾਤਸ਼ਾਹ ਜੀ ਦੇ ਇਸ ਹੁਕਮ ਦੀ ਬਿਨਾ ਨੀ ਹਰ ਜਾਮੇ ਦੇ ਅੰਦਰ ਸਤਿਗੁਰੂ ਨੇ ਸਾਨੂੰ ਪੜ੍ਹਾਈ ਹੈ, ਸਿਖਾਈ ਹੈ। ਬਾਣੀ ਹੀ ਸਭ ਤੋਂ ਮਹੱਤਵਪੂਰਨ ਹੈ, ਬਾਣੀ ਹੀ ਕਰਤੇ ਦਾ ਉਪਦੇਸ਼ ਹੈ। ਬਾਣੀ ਨੂੰ ਹੀ ਆਪਣੇ ਹਿਰਦੇ ਵਿੱਚ ਥਾਂ ਦਿਓ। ਔਰ ਮੈਂ ਫਿਰ ਇੱਕ ਵਾਰੀ ਇਸ ਸਤਿਗੁਰੂ ਜੀ ਦੇ ਹੁਕਮ ਵੱਲ ਆਪ ਜੀ ਦਾ ਧਿਆਨ ਦਿਵਾਉਣਾ। ਅਨ ਦਿਨ ਨਾਮ ਜਪੋ ਗੁਰ ਸਿੱਖੋ, ਹਰ ਕਰਤਾ ਸਤਿਗੁਰ ਘਰੀ ਵਸਾਏ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ, ਗੁਰ ਸਿੱਖੋ ਹਰ ਕਰਤਾ ਆਪ ਮੋਹੋਂ ਕਢਾਏ। ਹਾਂਜੀ, ਗੁਰ ਸਿੱਖਾਂ ਕੇ ਮੋਹ ਉਜਲੇ ਕਰੇ, ਗੁਰ ਸਿੱਖਾਂ ਕੇ ਮੂੰਹ ਉਜਲੇ ਕਰੇ ਹਰ ਪਿਆਰਾ। ਗੁਰ ਸਿੱਖਾਂ ਕੇ ਮੋਹ ਉਜਲੇ ਕਰੇ ਹਰ ਪਿਆਰਾ, ਗੁਰ ਕਾ ਜੈਕਾਰ ਸੰਸਾਰ ਸਬਦ ਕਰਾਏ। ਹਾਂ, ਗੁਰਸਿੱਖਾਂ ਕੇ ਮੁਖ ਉਜਲੇ ਕਰੇ ਹਰ ਪਿਆਰਾ। ਹਰੀ ਪਿਆਰਾ ਗੁਰਸਿੱਖਾਂ ਦੇ ਮੁਖ ਉਜਲੇ ਕਰਦਾ, ਮੈਲ ਰਹਿਤ ਕਰਦਾ, ਸਾਫ਼ ਕਰਦਾ, ਪਵਿੱਤਰ ਕਰਦਾ ਆ। ਕਦੋਂ? ਜਦੋਂ ਗੁਰਸਿੱਖ ਸਤਿਗੁਰੂ ਦੀ ਬਾਣੀ ਨੂੰ ਸਤ ਸਤ ਕਰਕੇ ਗੁਰੂ ਦੇ ਆਖੇ ਲਾ ਕੇ ਪ੍ਰਵਾਨ ਕਰ ਲੈਂਦਾ। ਇਹ ਤੋਂ ਵੱਧ ਹੋਰ ਸਪਸ਼ਟ ਕੀ ਹੋ ਸਕਦਾ? ਮੈਂ ਕਹਾਂ ਤੁਸੀਂ ਬਾਣੀ ਪੜੋ, ਤੁਸੀਂ ਕਿਸੇ ਨੂੰ ਕਹੋ, ਮੈਂ ਤਾਂ ਕਹਿੰਦਾ ਜੇ ਅਸੀਂ ਸਾਰੇ ਸਿੱਖ ਕਹਾਉਨੇ ਆ, ਭਾਵੇਂ ਜਿੰਨੀਆਂ ਮਰਜ਼ੀ ਕਮੀਆਂ ਹੋਣ, ਪਰ ਇੰਨੀ ਕੁ ਗੱਲ ਤਾਂ ਸਾਨੂੰ ਸਤਿਗੁਰੂ ਦੀ ਸਿੱਧੀ ਮੰਨ ਲੈਣੀ ਚਾਹੀਦੀ ਹੈ ਕਿ ਸਤਿਗੁਰੂ ਨੇ ਸਾਨੂੰ ਬਾਣੀ ਨੂੰ ਮੰਨਣ ਲਈ ਕਿਹਾ ਆ। ਇਹ ਸਤਿਗੁਰੂ ਨੇ ਆਪ ਹੀ ਕਿਹਾ, ਮੈਂ ਕਿਉਂ ਕਵਾਂ ਜਾਂ ਮੇਰੇ ਆਖੇ ਕੀ ਹੋਏਗਾ? ਸਤਿਗੁਰੂ ਨੇ ਕਿਹਾ ਸਗੋਂ। ਤੇ ਜਿਹੜੀ ਗੱਲ ਸਤਿਗੁਰੂ ਕਹਿਣ ਉਹ ਤਾਂ ਸਾਨੂੰ ਮੰਨ ਹੀ ਲੈਣੀ ਚਾਹੀਦੀ ਨਾ। ਮੇਰੀ ਗੱਲ ਤੇ ਸ਼ੱਕ ਹੋ ਸਕਦਾ, ਕਿਸੇ ਹੋਰ ਦੀ ਗੱਲ ਤੇ ਸ਼ੱਕ ਹੋ ਸਕਦਾ, ਪਤਾ ਨਹੀਂ ਕਿਉਂ ਕਹਿੰਦਾ, ਕਿਵੇਂ ਕਹਿੰਦਾ, ਪਰ ਗੁਰੂ ਦੀ ਗੱਲ ਤੇ ਤਾਂ ਸਾਨੂੰ ਸ਼ੱਕ ਨਹੀਂ ਨਾ। ਗੁਰੂ ਤਾਂ ਕਹਿ ਰਿਹਾ ਮੰਨ ਲਓ, ਇਸ ਬਾਣੀ ਨੂੰ ਸਤ ਸਤ ਕਰਕੇ ਜਾਣੋ। ਤਾਂ ਸਾਨੂੰ ਜਾਣਨਾ ਚਾਹੀਦਾ, ਟਾਈਮ ਦੇਣਾ ਚਾਹੀਦਾ, ਸਮਾਂ ਦੇਣਾ ਚਾਹੀਦਾ। ਜਦੋਂ ਵੀ ਤੁਹਾਡੇ ਕੋਲ ਜ਼ਿੰਦਗੀ 'ਚ ਦਿਨ ਵੇਲੇ ਰਾਤ ਵੇਲੇ ਜਦੋਂ ਵੀ ਤੁਹਾਡੇ ਕੋਲ ਸਮਾਂ ਬਣਦਾ, ਤੁਸੀਂ ਇਸ ਬਾਣੀ ਨੂੰ ਪੜ੍ਹਨ ਲਈ ਥੋੜੇ ਚੋਂ ਥੋੜਾ ਸਮਾਂ ਵੀ ਕੱਢ ਕੇ ਬੈਠੋ, ਜ਼ਰੂਰ ਬੈਠੋ। ਹਾਂਜੀ, ਜਨ ਨਾਨਕ ਹਰ ਕਾ ਦਾਸ ਹੈ, ਹਰ ਦਾਸਨ ਕੀ ਹਰ ਪੈਜ ਰਖਾਏ। ਪੌੜੀ ਤੂੰ ਸੱਚਾ ਸਾਹਿਬ ਆਪ ਹੈ, ਸੱਚ ਸ਼ਾਹ ਹਮਾਰੇ। ਸੱਚ ਪੂੰਜੀ ਨਾਮ ਦ੍ਰਿੜਾਏ, ਪ੍ਰਭ ਬਣ ਜਾਰੇ ਥਾਰੇ। ਸੱਚ ਸੇਵੈ ਸੱਚ ਬਣੰਜਲੈ, ਗੁਣ ਕਥਾ ਨਰਾਰੇ। ਸੇਵਕ ਭਾਏ ਸੇ ਜਨ ਮਿਲੇ, ਗੁਰ ਸ਼ਬਦ ਸਵਾਰੇ।
ਤੂੰ ਸੱਚਾ ਸਾਹਿਬ ਅਲਖ ਹੈ, ਗੁਰ ਸ਼ਬਦ ਲਖਾਰੇ। ਸ਼ਲੋਕ ਮਹਿਲਾ ਚੌਥਾ। ਜਿਸ ਅੰਦਰ ਤਾਤ ਪਰਾਈ ਹੋਵੇ, ਤਿਸ ਦਾ ਕਦੇ ਨਾ ਹੋਵੀ ਭਲਾ। ਤਾਤ ਦਾ ਅਰਥ ਹੈ ਜੀ ਈਰਖਾ। ਤਾਤ ਦਾ ਅਰਥ ਹੈ ਈਰਖਾ, ਤੇ ਸ਼ਬਦ ਆ ਰਿਹਾ ਤਾਤ ਪਰਾਈ। ਤਾਤ ਪਰਾਈ, ਪਰਾਈ ਈਰਖਾ। ਪਰਾਈ ਈਰਖਾ, ਦੂਜਿਆਂ ਨਾਲ ਕੀਤੀ ਜਾਣ ਵਾਲੀ ਈਰਖਾ। ਜਿਸ ਦੇ ਅੰਦਰ, ਜਿਸ ਦੇ ਅੰਦਰ, ਜਿਸ ਦੇ ਮਨ ਵਿੱਚ ਪਰਾਈ ਈਰਖਾ ਹੈ, ਤਿਸ ਦਾ, ਬੋਲੋ ਜੀ, ਕਦੇ ਨਾ ਹੋਵੀ ਭਲਾ। ਕਦੇ ਨਾ, ਤਿਸ ਦਾ ਕਦੇ ਨਾ ਹੋਵੀ ਭਲਾ। ਉਹਦਾ ਕਦੇ ਨਹੀਂ ਭਲਾ ਹੋਏਗਾ। ਜਿਹਦੇ ਨਾਲ ਈਰਖਾ ਕਰਦੇ ਆ, ਹੋ ਸਕਦਾ ਉਹਦਾ ਕੁਝ ਵੀ ਨਾ ਵਿਗੜੇ, ਪਰ ਇੱਥੋਂ ਸਪਸ਼ਟ ਹੋ ਗਿਆ ਜਿਹਦੇ ਨਾਲ ਕੀਤੀ ਗਈ ਉਹਦਾ ਭਾਵੇਂ ਕੁਝ ਵੀ ਨਾ ਵਿਗੜਿਆ, ਪਰ ਅਸੀਂ ਤਾਂ ਬਹੁਤ ਕੁਝ ਵਿਗਾੜ ਬੈਠੇ। ਇੱਕ ਤਾਂ ਗੁਰੂ ਦੀਆਂ ਨਜ਼ਰਾਂ ਚੋਂ ਗਏ, ਦੂਜਾ ਪਤਾ ਨਹੀਂ ਕਿੰਨੀ ਕੁ ਹਿੱਲ ਜੁਲ ਸਾਡੇ ਆਪਣੇ ਜੀਵਨ ਵਿੱਚ ਹੀ ਹੋ ਗਈ। ਕਾਹਨੂੰ ਈਰਖਾ ਕਰਨੀ ਆ? ਜੋ ਹੈਗਾ ਕਹਿ ਦਿੱਤਾ, ਸਮਝਾ ਦਿੱਤਾ, ਪਰ ਈਰਖਾ ਕਿਉਂ? ਸਾੜਾ ਕਿਉਂ? ਜਿਸ ਅੰਦਰ ਤਾਤ ਪਰਾਈ ਹੋਵੇ, ਤਿਸ ਦਾ ਕਦੇ ਨਾ ਹੋਵੀ ਭਲਾ। ਕਦੇ ਨਹੀਂ ਭਲਾ ਹੁੰਦਾ। ਪਰ ਇਹ ਬੋਲ ਗੁਰੂ ਰਾਮਦਾਸ ਜੀ ਦੇ ਆ। ਹਾਂਜੀ। ਉਸ ਦੇ ਆਖੇ ਕੋਈ ਨਾ ਲਖੈ, ਨਿਤ ਉਜਾੜੀ ਪੁਕਾਰੇ ਖਲਾ। ਜਿਸ ਅੰਦਰ ਚੁਗਲੀ ਚੁਗਲੋ ਵਜੈ, ਕੀਤਾ ਕਰਦਿਆ ਉਸ ਦਾ ਸਭ ਗਿਆ। ਨਿਤ ਚੁਗਲੀ ਕਰੇ ਅਣਹੋਂਦੀ ਪਰਾਈ। ਅਣਹੋਂਦੀ ਪਰਾਈ, ਚੁਗਲੀ ਕਰਦਾ ਅਣਹੋਂਦੀ ਪਰਾਈ। ਇੱਕ ਤੇ ਇੱਕ ਚੁਗਲੀ ਹੈ, ਇੱਕ ਹੈ ਅਣਹੋਂਦੀ। ਅਣਹੋਂਦੀ ਦਾ ਮਤਲਬ ਜਿਹਦੀ ਅਣਹੋਂਦ ਹੈ ਨਹੀਂ, ਬਣਾ ਕੇ ਕਰ ਰਿਹਾ ਹੈ ਨਹੀਂ, ਇੰਨਾ ਕੁਝ ਹੈ ਨਹੀਂ, ਬਣਾ ਕੇ ਕਰ ਰਿਹਾ। ਮਸਾਲਾ ਲਾ ਕੇ ਪੂਰੀ ਤਰ੍ਹਾਂ ਤੜਕਾ ਲਾ ਕੇ ਅਗਲੇ ਦੇ ਕੰਨਾਂ 'ਚ ਪਾ ਰਿਹਾ, ਵੀ ਜਿੱਥੇ ਜਾਵੇ ਪਤਾ ਲੱਗੇ ਵੀ ਵਾਕਈ ਕੁਝ ਹੋਇਆ ਹੈ। ਇਹ ਬਹੁਤ ਕੁਝ ਐਸਾ ਹੋ ਜਾਂਦਾ ਹੈ। ਹਾਂਜੀ। ਨਿਤ ਚੁਗਲੀ ਕਰੇ ਅਣਹੋਂਦੀ ਪਰਾਈ, ਮੋਹ ਕੱਢ ਨਾ ਸਕੈ ਉਸ ਦਾ ਕਾਲਾ ਭਇਆ। ਕਰਮ ਧਰਤੀ ਸਰੀਰ ਕਲਯੁਗ ਵਿੱਚ, ਜਿਹਾ ਕੋ ਬੀਜੈ ਤਿਹਾ ਕੋ ਖਾਏ। ਗੱਲਾਂ ਉੱਪਰ ਤਪਾਵਸ ਨਾ ਹੋਈ, ਜਿਸ ਖਾਦੀ ਤਤਕਾਲ ਮਰ ਜਾਏ। ਵਾਹ ਭਾਈ ਦੇਖੋ ਨਿਆਉ ਸੱਚ ਕਰਦੇਗਾ, ਜਿਹਾ ਕੋਈ ਕਰੇ ਤਿਹਾ ਕੋਈ ਪਾਏ। ਜਨ ਨਾਨਕ ਕੋ ਸਭ ਸੋਜੀ ਪਾਈ, ਹਰ ਦਰ ਦੀਆਂ ਬਾਤਾਂ ਆਖ ਸੁਣਾਏ। ਮਹਿਲਾ ਚੌਥਾ। ਹੁੰਦਾ ਪ੍ਰਤੱਖ ਗੁਰੂ ਜੋ ਵਿਛੜੇ, ਤਿਨ ਕੋ ਦਰ ਢੋਈ ਨਾਹੀ। ਕੋਈ ਜਾਏ ਮਿਲੈ ਤਿਨ ਨਿੰਦਕਾਂ, ਮੋਹ ਫਿੱਕੇ ਤੁਕ ਤੁਕ ਮੋਹ ਪਾਹੀ। ਜੋ ਸਤਿਗੁਰ ਫਿਟ ਕੇ ਸੇ ਸਭ ਜਗਤ ਫਿਟ ਕੇ, ਨਿਤ ਭੰਬਲ ਭੂਸੇ ਖਾਹੀ। ਹਾਂ, ਜਿਹੜੇ ਸਤਿਗੁਰੂ ਨੇ ਫਿਟਕਾਰ ਦਿੱਤੇ, ਅੱਗੇ ਵੇਖਿਓ ਜੀ, ਸੇ ਸਭ ਜਗਤ ਫਿਟ ਕੇ। ਸਦਕੇ ਜਾਈਏ ਉਸ ਜਗਤ ਦੇ ਵੀ, ਉਸ ਸਮਾਜ ਦੇ ਵੀ। ਜੇ ਗੁਰੂ ਨੇ ਫਿਟਕਾਰ ਲਾਈ ਤੇ ਮਗਰੇ ਹੀ ਸਮਾਜ ਨੇ ਵੀ ਫਿਟਕਾਰ ਲਾਈ, ਮੂੰਹ ਨਹੀਂ ਲਾਇਆ। ਅੱਜ ਇਹ ਜਜ਼ਬਾ, ਇਹ ਗੱਲਬਾਤ, ਇਹ ਪਿਆਰ ਇੰਨਾ ਗੁਰੂ ਦੇ ਪ੍ਰਤੀ ਸਾਡੇ ਅੰਦਰ ਹੋਵੇ ਕਿ ਜੇ ਗੁਰੂ ਦੀ ਇਹ ਗੱਲ ਹੈ ਨਾ, ਤਾਂ ਗੁਰੂ ਦੀ ਗੱਲ ਦੇ ਵਿੱਚ ਸਾਡਾ ਵੀ ਸਾਰਾ ਕੁਝ ਉੱਥੇ ਹੀ ਹੈ। ਜੇ ਗੁਰੂ ਦਾ ਨਹੀਂ ਤੇ ਸਾਡਾ ਵੀ ਨਹੀਂ। ਠੀਕ ਹੋ ਗਿਆ ਨਾ ਜੀ? ਜੇ ਗੁਰੂ ਦਾ ਨਹੀਂ ਤੇ ਸਾਡਾ ਵੀ ਨਹੀਂ।
ਜੋ ਸਤਿਗੁਰ ਫਿਟ ਕੇ, ਸਤਿਗੁਰ ਦੇ ਸਿਹਾਰੀ ਹੈ, ਸਤਿਗੁਰ ਨੇ ਫਿਟ ਕੇ ਸੇ ਸਭ ਜਗਤ ਫਿਟ ਕੇ, ਜਗਤ ਦੇ ਵੀ ਸਿਹਾਰੀ ਸੇ ਸਭ ਜਗਤ, ਸਾਰੇ ਜਗਤ ਨੇ, ਸਾਰੇ ਸਮਾਜ ਨੇ ਵੀ ਫਿਟਕਾਰ ਦਿੱਤੇ ਵੀ ਜਾਓ ਭਾਈ, ਜੇ ਗੁਰੂ ਨੂੰ ਨਹੀਂ ਪਾਉਂਦਾ ਤੇ ਸਾਨੂੰ ਵੀ ਨਹੀਂ ਪਾਉਂਦਾ। ਮੂੰਹ ਨਹੀਂ ਲਾਇਆ। ਔਰ ਇਦਾਂ ਲੱਗਦਾ ਕਿ ਜਿਵੇਂ ਜਿਹੜਾ ਪ੍ਰਸੰਗ ਅਸੀਂ ਪਿੱਛੇ ਗੁਰ ਬਾਬੇ ਫਿਟ ਕੇ ਸੇ ਫਿੱਟੇ, ਗੁਰ ਅੰਗਦ ਕੀਤੇ ਕੂੜਿਆਰੇ, ਗੁਰ ਤੀਜੀ ਪੀੜੀ ਵਿਚਾਰਿਆ, ਕਿਆ ਹੱਥ ਇਹਨਾਂ ਵਿਚਾਰੇ, ਉਧਰ ਹੀ ਸੰਕੇਤ ਹੋ ਰਿਹਾ ਕਿ ਜਿਹੜੇ ਗੁਰੂ ਬਾਬੇ ਨੇ ਫਿਟਕਾਰ ਦਿੱਤੇ, ਸਮਾਜ ਨੇ ਵੀ ਮੂੰਹ ਨਾ ਲਾਇਆ। ਨਹੀਂ ਗੱਲ ਬਣੀ, ਬੜਾ ਜ਼ੋਰ ਲੱਗਾ, ਝੰਡਾ ਗੱਡ ਛੱਡਿਆ, ਨਹੀਂ ਬਣੀ ਗੱਲ। ਤਾਂ ਅੱਜ ਵੀ ਦੇਖ ਲੈਣਾ, ਬਥੇਰੇ ਝੰਡੇ ਸਾਡੇ ਆਲੇ ਦੁਆਲੇ ਗੱਡੇ ਹੋਏ ਨੇ ਜਿਹੜੇ ਗੁਰੂ ਨੂੰ ਚੈਲੰਜ ਕਰਦੇ ਨੇ, ਜਿਨ੍ਹਾਂ ਨੇ ਆਪਣੇ ਤੇ ਚੰਦੋਏ ਲਵਾ ਕੇ ਆਪਣੇ ਤੇ ਚੌਰ ਕਰਵਾ ਲਏ ਨੇ, ਬੈਠੇ ਹੋਏ ਨੇ ਸਾਡੇ ਨੇੜੇ ਤੇੜੇ, ਕਿਤੇ ਨਾ ਕਿਤੇ ਆਲੇ ਦੁਆਲੇ ਨਜ਼ਰ ਮਾਰੋ। ਔਰ ਉਹ ਸਾਰਾ ਕੁਝ ਜਿਹੜਾ ਚੱਲਦਾ ਹੈ, ਜਿਹੜਾ ਗੁਰੂ ਦੇ ਬਰਾਬਰ ਤੇ ਰਚ ਲਿਆ ਗਿਆ, ਉਹ ਐਵੇਂ ਨਹੀਂ ਚੱਲੀ ਜਾਂਦਾ, ਉਹ ਸਾਡੇ ਵਿੱਚੋਂ ਹੀ ਚੱਲ ਰਿਹਾ। ਸਾਡੇ 'ਚ ਬੜੀ ਢਿੱਲ ਹੈ ਇਸ ਤਰ੍ਹਾਂ ਦੀ। ਪੜ੍ਹਿਓ ਧਿਆਨ ਨਾਲ, ਵੇਖਿਓ, ਗੌਰ ਕਰਿਓ ਇਸ ਮਸਲੇ ਵੱਲ। ਨਾਂ ਲੈਣ ਤੋਂ ਮੈਂ ਥੋੜਾ ਗੁਰੇਜ਼ ਕਰ ਰਿਹਾ। ਜੋ ਸਤਿਗੁਰ ਫਿਟ ਕੇ ਸੇ ਸਭ ਜਗਤ ਫਿਟ ਕੇ, ਨਿਤ ਭੰਬਲ ਭੂਸੇ ਖਾਹੀ। ਤੇ ਜੇ ਅੱਜ ਸਾਡਾ ਬਹੁਤ ਸਾਰਾ ਸਮਾਜ ਆ ਭੰਬਲ ਭੂਸਿਆਂ 'ਚ ਪਿਆ ਹੋਇਆ, ਬਹੁਤ ਸਾਰੀਆਂ ਭੁਲੇਖਿਆਂ 'ਚ ਫਸਿਆ ਹੋਇਆ, ਬਹੁਤ ਸਾਰੇ ਇਦਾਂ ਦੇ ਵਲ ਵਲਾਵਿਆਂ 'ਚ ਫਸਿਆ ਹੋਇਆ, ਤਾਂ ਸ਼ਾਇਦ ਉਹਦਾ ਕਾਰਨ ਇਹੀ ਹੈ, ਅਸੀਂ ਗੁਰੂ ਦੇ ਹੁਕਮ ਦੀ ਪਰਵਾਹ ਕਰਨੀ ਛੱਡ ਦਿੱਤੀ ਹੈ। ਅਸੀਂ ਬਹੁਤੇ ਸੈਕੂਲਰ ਜਿਹੇ ਹੋ ਕੇ ਚੱਲਣਾ ਸ਼ੁਰੂ ਕਰ ਲਿਆ। ਕੋਈ ਨਹੀਂ, ਕੋਈ ਨਹੀਂ, ਕੋਈ ਨਹੀਂ, ਕੋਈ ਨਹੀਂ, ਕੀ ਫਰਕ ਪੈਂਦਾ, ਨਾਲ ਲਾ ਕੇ ਰੱਖੋ, ਖਿੱਚ ਕੇ ਰੱਖੋ, ਬੁੱਕਲ 'ਚ ਰੱਖੋ, ਭੱਜ ਨਾ ਜਾਏ, ਮੂੰਹ ਨਾ ਫੇਰ ਲਵੇ। ਪਰ ਇੱਕ ਸ਼ਲੋਕ ਸ਼ਾਇਦ ਤੁਹਾਡੇ ਯਾਦ ਹੋਣਾ, ਗੁਰੂ ਰਾਮਦਾਸ ਜੀ ਦਾ ਪਿੱਛੇ ਲੰਘਿਆ। ਗੁਰੂ ਰਾਮਦਾਸ ਨੇ ਇੱਕ ਬੋਲ ਉਸ ਸ਼ਲੋਕ ਦੇ ਵਿੱਚ ਕਿਹਾ, ਜੇ ਸ਼ਲੋਕ ਲੱਭਣਾ ਹੋਵੇ ਤਾਂ ਸ਼ਲੋਕ ਦੀ ਸ਼ੁਰੂਆਤੀ ਬੋਲ ਨੇ ਸਤਿਗੁਰ ਕੀ ਸੇਵਾ ਨਿਰਮਲੀ, ਨਿਰਮਲ ਜਨ ਹੋਏ ਸੋ ਸੇਵਾ ਕਾਲੇ। ਉਹਦੇ ਵਿੱਚ ਇੱਕ ਲਾਈਨ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਰੱਖੀ, ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਪਤਾ ਕੀ ਕਹਿੰਦੇ ਨੇ? ਕਹਿੰਦੇ ਜਿਨ੍ਹਾਂ ਅੰਦਰ ਪ੍ਰੀਤ ਨਹੀਂ ਹਰ ਕੇਰੀ। ਫਿਰ ਸੁਣਿਓ, ਜਿਨ੍ਹਾਂ ਅੰਦਰ ਪ੍ਰੀਤ ਨਹੀਂ ਹਰ ਕੇਰੀ, ਰੱਬ ਵਾਲੀ, ਰੱਬ ਦੀ ਪ੍ਰੀਤ ਜਿਨ੍ਹਾਂ ਦੇ ਅੰਦਰ ਨਹੀਂ, ਸੇ ਕਿਚਰਕ ਵੇਰਾਈਨ। ਵੇਰਾਈਨ ਦਾ ਅਰਥ ਹੈ ਕਿੰਨੀ ਕੁ ਦੇਰ ਪਰਚਾਏ ਜਾ ਸਕਦੇ ਆ, ਵਰਚਾ ਕੇ, ਲਾਡ ਪਿਆਰ ਕਰਕੇ, ਕੁਝ ਨਾ ਕੁਝ ਮੂੰਹ 'ਚ ਪਾ ਕੇ ਕਿੰਨੀ ਕੁ ਦੇਰ ਰੱਖੇ ਜਾ ਸਕਦੇ ਆ। ਸੇ ਕਿਚਰਕ ਵੇਰਾਈਨ ਮਨਮੁਖ ਬੇਤਾਲੇ। ਇਹ ਭੂਤ ਨੇ, ਕਿੰਨੀ ਕੁ ਦੇਰ ਨਾਲ ਰੱਖੋਗੇ? ਇਹ ਅੰਦਰੋਂ ਹੀ ਖੋਖਲੇ ਨੇ, ਇਹਨਾਂ ਦੇ ਅੰਦਰ ਉਹ ਗੱਲ ਹੀ ਨਹੀਂ ਹੈਗੀ ਜਿਹੜੀ ਤੁਸੀਂ ਸੋਚ ਰਹੇ ਹੋ ਕਿ ਇਹ ਅੱਜ ਨਹੀਂ ਕੱਲ ਤੁਰ ਪੈਣਗੇ, ਤੁਰ ਪੈਣਗੇ, ਤੁਰ। ਇਹਨਾਂ ਨਹੀਂ ਤੁਰਨਾ। ਇਹਨਾਂ ਨਹੀਂ ਤੁਰਨਾ। ਆਪਣਾ ਕੰਮ ਜਾਰੀ ਰੱਖੋ, ਇਹਨਾਂ ਨੂੰ ਛੱਡ ਦਿਓ ਜਿਹੜੇ ਨਹੀਂ ਤੁਰਨਾ ਚਾਹੁੰਦੇ। ਇਹ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਇਹ ਗੁਰੂ ਰਾਮਦਾਸ ਜੀ ਦਾ ਸ਼ਲੋਕ ਹੈ। ਤੁਸੀਂ ਦੁਬਾਰਾ ਜਦੋਂ ਵਿਹਲੇ ਹੋਗੇ ਖੋਲ ਕੇ ਵੇਖ ਲਿਓ। ਸਤਿਗੁਰ ਕੀ ਸੇਵਾ ਨਿਰਮਲੀ, ਨਿਰਮਲ ਜਨ ਹੋਏ ਸੋ ਸੇਵਾ ਕਾਲੇ, ਸਮੇਤ ਅਰਥਾਂ ਦੇ ਪੜ੍ਹ ਲਿਓ। ਤੇ ਮੈਂ ਲਾਈਨ ਇਹ ਚੋਂ ਪੜ੍ਹ ਰਿਹਾ, ਜਿਨ੍ਹਾਂ ਅੰਦਰ ਪ੍ਰੀਤ ਨਹੀਂ ਹਰ ਕੇਰੀ, ਸੇ ਕਿਚਰਕ ਵੇਰਾਈਨ ਮਨਮੁਖ ਬੇਤਾਲੇ। ਵੇਰਾਈਨ ਦਾ ਪਦ ਅਰਥ ਵੇਖ ਲਿਓ ਕੀ ਬਣਦਾ ਹੈ। ਹਾਂਜੀ। ਜਿਨ ਗੁਰ ਗੋਪਿਆ ਆਪਣਾ, ਸੇ ਲੈਂਦੇ ਢਾਹਾਂ ਫਿਰਾਹੀ। ਤਿਨ ਕੀ ਭੁੱਖ ਕਦੇ ਨਾ ਉਤਰੈ, ਨਿਤ ਭੁੱਖਾ ਭੁੱਖ ਭੁਕਾਹੀ। ਉਹਨਾਂ ਦਾ ਆਖਿਆ ਉਹ ਨਾ ਸੁਣੈ, ਨਿਤ ਹੌਲੇ ਹੌਲ ਮਰਾਹੀ। ਸਤਿਗੁਰ ਕੀ ਵਡਿਆਈ ਵੇਖ ਨਾ ਸਕਨੀ,
ਉਹਨਾਂ ਅੱਗੇ ਪਿਛੈ ਥਾਉ ਨਾਹੀ। ਜੋ ਸਤਿਗੁਰ ਮਾਰੇ ਤਿਨ ਜਾਏ ਮਿਲੈ। ਰਹਿੰਦੀ ਹੁੰਦੀ ਸਭ ਪਤ ਗਵਾਹੀ। ਵਾਹ ਵਾਹ। ਹੋਏ ਅੱਗੇ ਕੁਸ਼ਤੀ ਗੁਰ ਕੇ ਫਿਟ ਕੇ। ਜੇ ਉਸ ਮਿਲੈ ਤਿਸ ਕੁਸ਼ਟ ਉਠਾਹੀ। ਕੁਸ਼ਤੀ ਦਾ ਅਰਥ ਹੈ ਕੋੜੇ, ਕੋੜੀ। ਉਹ ਅੱਗੇ ਕੁਸ਼ਤੀ, ਉਹ ਪਹਿਲਾਂ ਹੀ ਕੋੜੇ ਆ। ਜਿਹੜੇ ਗੁਰੂ ਬਾਬੇ ਨੇ ਫਿਟਕ ਦਿੱਤੇ ਪਹਿਲਾਂ ਹੀ ਕੋੜੇ ਆ। ਸ਼ਬਦ ਦੇਖੋ ਸਤਿਗੁਰੂ ਦੇ, ਇਹ ਪਹਿਲਾਂ ਹੀ ਕੋੜੇ ਆ। ਇਹਨਾਂ ਨੂੰ ਕੋੜ ਹੋਇਆ ਗੁਰ ਕੇ ਫਿਟ ਕੇ, ਇਹ ਗੁਰੂ ਦੇ ਫਿਟਕਾਰੇ ਹੋਏ ਆ। ਅੱਗੇ ਕੀ ਕਹਿੰਦੇ? ਜੇ ਉਸ ਮਿਲੈ, ਜਿਹੜੇ ਇਹਨਾਂ ਨੂੰ ਮਿਲਦੇ ਆ, ਜਿਹੜੇ ਇਹਨਾਂ ਦੇ ਨਾਲ ਬਹਿੰਦੇ ਆ, ਤਿਸ ਕੁਸ਼ਟ ਉਠਾਹੀ, ਇਹਨਾਂ ਨੂੰ ਵੀ ਕੋੜ ਲੱਗੇਗਾ ਜਿਹੜੇ ਇਹਨਾਂ ਕੋੜਿਆਂ ਦੇ ਨਾਲ ਬਹਿੰਦੇ ਆ। ਇਹ ਵੀ ਕੋੜੇ ਹੋਣਗੇ ਜਿਹੜੇ ਇਹਨਾਂ ਕੋੜਿਆਂ ਦੇ ਨਾਲ ਬਹਿੰਦੇ ਆ, ਜਾਨੀ ਇਹਨਾਂ ਵਾਲੇ ਲੱਛਣ ਇਹਨਾਂ 'ਚ ਵੀ ਆਉਣਗੇ। ਗੁਰੂ ਰਾਮਦਾਸ ਜੀ ਦੇ ਬੋਲ ਨੇ ਨਾ ਜੀ, ਕੋੜਿਆਂ ਨਾਲ ਬਹਿਣਗੇ, ਇਹਨਾਂ ਨੂੰ ਕੋੜ ਲੱਗੇਗਾ। ਹੁਣ ਇਹ ਤੋਂ ਵੱਧ ਹੋਰ ਕੀ ਹੋ ਸਕਦਾ? ਇੰਨੇ ਮੇਰੇ ਖਿਆਲ ਸਖਤੀ ਨਾਲ ਤੇ ਇੰਨਾ ਸਪਸ਼ਟ, ਖਿਮਾ ਕਰਿਓ, ਸਾਡਾ ਜਥੇਦਾਰ ਵੀ ਨਹੀਂ ਕਹਿ ਸਕਦਾ ਹੁਣ। ਤੇ ਨਾ ਹੀ ਸਾਨੂੰ ਉਡੀਕ ਕਰਨੀ ਚਾਹੀਦੀ ਉਹ ਕੋਈ ਹੁਕਮ ਦੇਵੇ, ਸਾਨੂੰ ਕੋਈ ਸਮਝਾਵੇ, ਕੌਮ ਨੂੰ ਡਾਇਰੈਕਸ਼ਨ। ਆ ਡਾਇਰੈਕਸ਼ਨਾਂ ਦਿੱਤੀਆਂ ਹੋਈਆਂ, ਬਸ ਮੰਨ ਲਓ। ਹੁਕਮਨਾਮੇ ਤੇ ਹੁਕਮਨਾਮੇ ਕਢਵਾ ਕੇ ਕੀ ਲੈਣੇ ਆ? ਆ ਹੈਗੇ ਹੁਕਮਨਾਮੇ ਸਾਡੇ ਕੋਲ ਹੀ ਆ। ਗੁਰੂ ਤੋਂ ਵੱਡਾ ਹੁਕਮ ਤਾਂ ਨਹੀਂ ਹੋ ਸਕਦਾ ਬੰਦਿਆਂ ਦਾ, ਭਾਵੇਂ 5 ਦੀ ਜਗ੍ਹਾ 10 ਬਹਿ ਕੇ ਕਰ ਲੈਣ। ਮੰਨਣਾ ਤਾਂ ਸਾਨੂੰ ਹੀ ਪਏਗਾ। ਇਹਨਾਂ ਨੂੰ ਮੰਨ ਲਈਏ, ਇਹਨਾਂ ਤੇ ਵਿਚਾਰ ਕਰੀਏ, ਇਹਨਾਂ ਦੇ ਉੱਤੇ ਅਸੀਂ ਕੰਮ ਕਰੀਏ। ਜਿਹੜੀਆਂ ਬਹੁਤ ਕੀਮਤੀ ਤੇ ਵੱਡੀਆਂ ਗੱਲਾਂ ਸਤਿਗੁਰੂ ਨੇ ਸਾਨੂੰ ਦਿੱਤੀਆਂ, ਇਹਨਾਂ ਦੇ ਉੱਤੇ ਦ੍ਰਿੜ ਹੋਈਏ, ਤਕੜੇ ਹੋ ਜਾਈਏ। ਨਹੀਂ ਜੀ, ਹਾਂ ਦੇਖੋ ਸ਼ਲੋਕ ਸਾਰਾ ਉਤੋਂ ਹਾਹੇ ਨੂੰ ਬਿਹਾਰੀ ਨਾਲ ਹੀ ਆ ਰਿਹਾ। ਹਾਂ, ਤਾਂ ਇੱਥੇ ਸਾਡੇ ਕੋਲ ਪਾਠ ਜਿਹੜਾ ਉਹ ਹਾਹੇ ਨੂੰ ਬਿਹਾਰੀ ਨਾਲ ਹੀ ਹੈ। ਊੜੇ ਔਂਕੜ ਠੱਠੇ ਕੰਨਾ ਹਾਹੇ ਨੂੰ ਬਿਹਾਰੀ। ਤੋ ਜਿਹੜੀਆਂ ਪੋਥੀਆਂ ਦੇ ਉੱਤੇ, ਹਾਂਜੀ ਨਹੀਂ ਈੜੀ ਨਹੀਂ ਹੈ। ਹਾਂ ਉਹ ਪ੍ਰਿੰਟਿੰਗ, ਹਾਂਜੀ ਪ੍ਰਿੰਟਿੰਗ ਮਿਸਟੇਕ ਦੀ ਕਿਤੇ ਹੋ ਸਕਦੀ ਆ, ਤੁਸੀਂ ਠੀਕ ਕਰ ਲਓ। ਊੜੇ ਔਂਕੜ ਠੱਠੇ ਕੰਨਾ ਹਾਹੇ ਨੂੰ ਬਿਹਾਰੀ ਪਾਠ ਹੈ, ਉਠਾਹੀ। ਹਾਂਜੀ। ਹਰ ਤਿਨ ਕਾ ਦਰਸ਼ਨ ਨਾ ਕਰੋ, ਜੋ ਦੂਜੇ ਭਾਏ ਚਿਤ ਲਾਹੀ। ਹਾਂ, ਹੁਣ ਦੇਖੋ ਗੁਰੂ ਰਾਮਦਾਸ ਕਹਿੰਦੇ ਹਰ ਤਿਨ ਕਾ ਦਰਸ਼ਨ ਨਾ ਕਰੋ। ਹੇ ਰੱਬਾ, ਇਹਨਾਂ ਦਾ ਤੇ ਦਰਸ਼ਨ ਨਾ ਹੀ ਹੋਵੇ, ਆ ਤਾਂ ਨਾ ਹੀ ਮੱਥੇ ਲੱਗਣ। ਕੀ ਕਰਨਾ ਇਹਨਾਂ ਦੇ ਮੱਥੇ ਲੱਗ ਕੇ? ਇਹ ਆਪ ਕੋੜੇ ਨੇ, ਮੱਥੇ ਲੱਗਣਗੇ ਕੋੜ ਹੋਏਗਾ। ਕੀ ਕਰਨਾ ਇਹਨਾਂ ਨਾਲ? ਹਰ ਤਿਨਕਾ ਦਰਸ਼ਨ ਨਾ ਕਰੋ, ਜੋ ਦੂਜੇ ਭਾਏ, ਜਿਹੜੇ ਇੱਕ ਨੂੰ ਛੱਡ ਕੇ, ਗੁਰੂ ਨੂੰ ਛੱਡ ਕੇ ਦੂਜੇ ਭਾਏ, ਦੂਜੇ ਪਾਸੇ ਕਿਤੇ ਚਿੱਤ ਲਾ ਰਿਹਾ ਨਹੀਂ। ਇਹਨਾਂ ਤੋਂ ਤਾਂ ਬਖਸ਼ੀ ਲੈ, ਪਾਸੇ ਹੀ ਰੱਖ। ਇਹ ਆਪ ਕੋੜੇ ਨੇ, ਮੱਥੇ ਲੱਗਣਗੇ ਕੋੜ ਕਰਨਗੇ ਨਹੀਂ। ਫੈਸਲਾ ਤੁਸੀਂ ਕਰਨਾ ਜੀ, ਦੇਖਣਾ ਤੁਸੀਂ ਆ। ਬਾਣੀ ਤੁਹਾਡੇ ਸਾਹਮਣੇ ਆ, ਵਿਚਾਰ ਲਿਓ। ਗੁਰੇਜ਼ ਕਰ ਸਕਦੇ ਆ ਕਿ ਨਹੀਂ ਕਰ ਸਕਦੇ? ਹਾਂਜੀ। ਧੁਰ ਕਰਤਾ ਆਪ ਲਿਖ ਪਾਇਆ, ਤਿਸ ਨਾਲ ਕਿਹ ਜਾਰਾ ਨਾਹੀ। ਜਨ ਨਾਨਕ ਨਾਮ ਅਰਾਧ ਤੂੰ, ਤਿਸ ਅਪੜ ਕੋ ਨਾ ਸਕਾਹੀ। ਨਾ ਮੈਂ ਕੀ ਵਡਿਆਈ ਵੱਡੀ ਹੈ, ਨਿਤ ਸਵਾਈ ਚੜੈ ਚੜਾਹੀ। ਮਹਿਲਾ ਚੌਥਾ। ਜੇ ਹੁੰਦਾ ਗੁਰੂ ਪਹਿ ਟਿਕਿਆ, ਨਹੀਂ ਟਿਕਿਆ। ਜੇ ਹੁੰਦਾ ਗੁਰੂ ਪਹਿ ਟਿਕਿਆ,
ਤਿਸ ਜਨ ਕੀ ਵਡਿਆਈ ਵੱਡੀ ਹੋਈ। ਬਿਲਕੁਲ। ਤਿਸ ਕੋ ਜਗਤ ਨਿਵਿਆ ਸਭ ਪੈਰੀ ਪਿਆ। ਵਾਹ। ਜਸ ਵਰਤਿਆ ਲੋਈ। ਤਿਸ ਕੋ ਖੰਡ ਬ੍ਰਹਮੰਡ ਨਮਸਕਾਰ ਕਰੈ। ਜਿਸ ਕੈ ਮਸਤਕ ਹੱਥ ਧਰਿਆ ਗੁਰ ਪੂਰੈ ਸੋ ਪੂਰਾ ਹੋਈ। ਗੁਰ ਕੀ ਵਡਿਆਈ ਨਿਤ ਚੜੈ ਸਵਾਈ। ਅਪੜ ਕੋ ਨਾ ਸਕੋਈ। ਜਨ ਨਾਨਕ ਹਰ ਕਰਤੈ ਆਪ ਕਹਿ ਟਿਕਿਆ। ਆਪੇ ਪੈਜ ਰਖੈ ਪ੍ਰਭ ਸੋਈ। ਪੌੜੀ ਕਾਇਆ ਕੋਟ ਅਪਾਰ ਹੈ ਅੰਦਰ ਹਟ ਨਾਲੇ। ਗੁਰਮੁਖ ਸੌਦਾ ਜੋ ਕਰੇ ਹਰ ਵਸਤ ਸੰਭਾਲੇ। ਨਾਮ ਨਿਧਾਨ ਹਰ ਬਣ ਦੀਐ ਹੀਰੇ ਪਰਵਾਲੇ। ਬਿਨ ਕਾਇਆ ਜੇ ਹੋਰ ਥੈ ਧਨ ਖੋਜਦੇ। ਸੇ ਮੂੜ ਬੇਤਾਲੇ। ਸੇ ਉਜੜ ਭਰਮ ਭਵਾਈਐ ਜਿਉ ਝਾੜ ਮਿਰਗ ਭਾਲੇ। ਵਿਣ ਕਾਇਆ ਜੇ ਹੋਰ ਥੈ ਧਨ ਖੋਜਦੇ। ਜਿਹੜੇ ਆਪਣੇ ਆਪ ਨੂੰ, ਆਪਣੇ ਸਰੀਰ ਨੂੰ, ਆਪਣੀ ਕਾਇਆ ਨੂੰ ਖੋਜਣ ਦੀ ਥਾਂ ਤੇ ਇਹ ਨਾਮ ਧਨ ਹੋਰ ਆਸਿਓਂ ਪਾਸਿਓਂ ਲੱਭਦੇ ਫਿਰਦੇ ਆ ਨਾ। ਪੌੜੀ ਗੁਰੂ ਰਾਮਦਾਸ ਜੀ ਦੀ ਆ। ਕੌਣ ਨੇ? ਸੇ ਮੂੜ ਬੇਤਾਲੇ। ਮੂਰਖਿਆ ਬੇਤਾਲੇ ਤਾਲ ਤੋਂ ਖੁੰਝੇ ਹੋਏ ਭੂਤ ਨੇ ਆਏ, ਜਿਹੜੇ ਆਪਣੇ ਆਪ ਦੀ ਭਾਲ ਕਰਨ ਦੀ ਥਾਂ ਤੇ ਬਾਹਰ ਲੱਭਦੇ ਫਿਰਦੇ ਨੇ। ਤਾਂ ਦੇਖ ਲੈਣਾ ਜਿਹੜੇ ਨਵੀਆਂ ਛਤਰੀਆਂ ਦੇ ਥੱਲੇ ਜਾ ਕੇ ਬਾਬਾ ਜੀ ਮੈਨੂੰ ਨਾਮ ਦੇ ਦਿਓ, ਬਾਬਾ ਜੀ ਮੈਨੂੰ ਨਾਮ ਦੇ ਦਿਓ, ਉਹ ਜਿਹੜੇ ਕੰਨਾਂ 'ਚ ਫੂਕਾ ਮਾਰਨ ਵਾਲੇ ਆ। ਦੇਖ ਲੈਣਾ ਫੈਸਲਾ ਗੁਰੂ ਰਾਮਦਾਸ ਜੀ ਦਾ। ਜਿਹੜੇ ਆਪਣੇ ਆਪ ਚੋਂ ਸਤਿਗੁਰੂ ਵਾਲੀ ਇਹ ਦਾਤ ਲੱਭਣ ਦੀ ਥਾਂ ਤੇ ਹੋਰ ਥਾਵਾਂ ਤੇ ਭਟਕਦੇ ਆ। ਆ ਦੁਬਾਰਾ ਦੇਖ ਲਿਓ। ਵਿਣ ਕਾਇਆ ਤੋਂ ਬਿਨਾ ਜੇ ਹੋਰ ਥੈ ਧਨ ਖੋਜਦੇ। ਜਿਹੜੇ ਹੋਰ ਥਾਵਾਂ ਤੋਂ ਧਨ ਖੋਜਦੇ ਫਿਰਦੇ ਆ। ਸੇ ਮੂੜ ਬੇਤਾਲੇ। ਅੱਗੇ ਕਹਿੰਦੇ ਨੇ ਸੇ ਉਜੜ ਭਰਮ ਭਵਾਈ ਐ। ਇਹ ਇਦਾਂ ਹੀ ਉਜਾੜ 'ਚ ਭਟਕਦੇ ਫਿਰਦੇ ਨੇ ਜਿਉਂ ਝਾੜ ਮਿਰਗ ਭਾਲੇ। ਜਿਵੇਂ ਕਸਤੂਰੀ ਉਹਦੇ ਆਪਣੇ ਅੰਦਰ ਹੈ ਪਰ ਉਹ ਝਾੜੀਆਂ 'ਚ ਵੱਜਦਾ ਫਿਰਦਾ ਹੈ ਨਾ, ਬਸ ਇਹ ਵੀ ਵਿਚਾਰੇ ਝਾੜੀਆਂ 'ਚ ਵੱਜਦੇ ਫਿਰਦੇ ਆ। ਇਹ ਵੀ ਝਾੜੀਆਂ 'ਚ ਵੱਜਦੇ ਫਿਰਦੇ ਆ। ਉਹ ਝਾੜੀਆਂ ਅੱਜ ਕੱਲ ਮਾਡਰਨ ਜ਼ਮਾਨੇ ਦੀਆਂ ਨੇ, ਬੜੀਆਂ ਵਧੀਆ ਲਿਸ਼ਕੀਆਂ ਪੁਸ਼ਕੀਆਂ, ਐਨ ਪਤਾ ਥੋੜਾ ਲੱਗਦਾ ਕੰਡੇ ਨੇ ਕਿ ਕੀ ਆ, ਵੱਜ ਰਹੇ ਨੇ ਜਾ ਕੇ। ਉਹ ਤਾਂ ਬਾਅਦ 'ਚ ਪਤਾ ਲੱਗਦਾ ਸਰਸੇ ਵਾਲੇ ਸਾਧ ਵਾਂਗੂ ਕਿ ਕੀ ਬਣਿਆ ਕੀ ਹੋਇਆ। ਝਾੜ 'ਚ ਹੀ ਵੱਜੇ ਨਾ। ਹਾਂਜੀ। ਸ਼ਲੋਕ ਮਹਿਲਾ ਚੌਥਾ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ। ਸੋ ਔਖਾ ਜਗ ਮੈਂ ਹੋਇਆ। ਨਰਕ ਘੋਰ ਦੁਖ ਖੂ ਹੈ। ਉਥੈ ਪਕੜ ਓਟ ਹੋਇਆ। ਕੂਕ ਪੁਕਾਰ ਕੋ ਨਾ ਸੁਣੇ। ਉਹ ਔਖਾ ਹੋਏ ਰੋਇਆ। ਕੌਣ ਹਲਤ ਪਲਤ ਸਭ ਗਵਾਇਆ। ਲਾਹਾ ਮੂਲ ਸਭ ਖੋਇਆ। ਉਹ ਤੇਲੀ ਸੰਦਾ ਬਲਦ ਕਰ। ਨਿਤ ਭਲਕੇ ਉਠ ਪ੍ਰਭ ਜੋਇਆ। ਹਰ ਵੇਖੈ ਸੁਣੈ ਨਿਤ ਸਭ ਕਿਛ। ਤੇ ਤੂੰ ਕਿਛ ਬੁਝਾ ਨਾ ਹੋਇਆ। ਜੈਸਾ ਬੀਜੈ ਸੋ ਰੁਣੈ। ਜਿਹਾ ਪੁਰਬ ਕਿਨੈ ਬੋਇਆ। ਜਿਸ ਕਿਰਪਾ ਕਰੇ ਪ੍ਰਭ ਆਪਣੀ। ਤਿਸ ਸਤਿਗੁਰ ਕੇ ਚਰਨ ਧੋਇਆ। ਗੁਰ ਸਤਿਗੁਰ ਪਿਛੈ ਕਰ ਗਿਆ। ਜਿਉ ਲੋਹਾ ਕਾਠ ਸੰਗੋਇਆ। ਜਨ ਨਾਨਕ ਨਾਮ ਧਿਆਏ ਤੂੰ। ਜਪ ਹਰ ਹਰ ਨਾਮ ਸੁਖ ਹੋਇਆ। ਮਹਿਲਾ ਚੌਥਾ। ਬੜ ਭਾਗੀਆ ਸੁਹਾਗਣੀ। ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ। ਬਿੰਦੀ ਕਰ ਲਈਏ ਹੈ ਨਾ। ਬੜ ਭਾਗੀਆਂ ਸੁਹਾਗਣੀ। ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ।
ਅੰਤਰ ਜੋਤ ਪ੍ਰਗਾਸ਼ੀਆ ਹਾਂ ਨਾਨਕ ਨਾਮ ਸਮਾਏ ਪੌੜੀ। ਇਹ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ। ਗੁਹਜ ਰਤਨ ਵਿੱਚ ਲੁਕ ਰਹੇ ਕੋਈ ਗੁਰਮੁਖ ਸੇਵਕ ਕੱਢੈ ਕੋਟ। ਸਭ ਆਤਮ ਰਾਮ ਪਛਾਣਿਆ ਤਾਂ ਇਕ ਰਵਿਆ ਇੱਕੋ ਓਤ ਪੋਤ। ਇਕ ਦੇਖਿਆ ਇਕ ਮੰਨਿਆ ਇੱਕੋ ਸੁਣਿਆ ਸ਼ਰਵਣ ਸਰੋਤ। ਜਨ ਨਾਨਕ ਨਾਮ ਸਲਾਹ ਤੂੰ ਸੱਚ ਸੱਚੇ ਸੇਵਾ ਤੇਰੀ ਹੋਤ। ਸ਼ਲੋਕ ਮਹਿਲਾ ਚੌਥਾ। ਸਭ ਰਸ ਤਿਨ ਕੈ ਹਿਰਦੈ ਹੈ ਜਿਨ ਹਰ ਵਸਿਆ ਮਨ ਮਾਹੇ। ਹਰ ਦਰਗਾਹ ਤੇ ਮੁਖ ਉਜਲੇ ਤਿਨ ਕਉ ਸਭ ਦੇਖਣ ਜਾਹੇ। ਜਿਨ ਨਿਰਭਉ ਨਾਮ ਧਿਆਇਆ ਤਿਨ ਕਉ ਭਉ ਕੋਈ ਨਾਹੇ। ਹਰ ਉਤਮ ਤਿਨੀ ਸਰੇਵਿਆ ਜਿਨ ਕਉ ਧੁਰ ਲਿਖਿਆ ਆਹੇ। ਤੇ ਹਰ ਦਰਗਾਹ ਪੈਨਾਈਐ ਜਿਨ ਹਰ ਉਠਾ ਮਨ ਮਾਹੇ। ਕੋਏ ਆਪ ਤਰੇ ਸਭ ਕੁਟੰਬ ਸਿਉ ਤਿਨ ਪਿਛੈ ਸਭ ਜਗਤ ਛਡਾਹੇ। ਜਨ ਨਾਨਕ ਕਉ ਹਰ ਮੇਲ ਜਨ ਤਿਨ ਵੇਖ ਵੇਖ ਹਮ ਜੀਵਾਹੇ। ਮਹਿਲਾ ਚੌਥਾ। ਸਾ ਧਰਤੀ ਭਈ ਹਰਿਆਵਲੀ ਜਿਥੈ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਭਏ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਧਨ ਧਨ ਪਿਤਾ ਧਨ ਧਨ ਕੋਲ ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਧਨ ਧਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ ਜਿਨੀ ਡਿਠਾ ਤਿਨਾ ਲੈ ਛਡਾਏ। ਹਰ ਸਤਿਗੁਰ ਮੇਲੋ ਦਇਆ ਕਰੋ ਜਨ ਨਾਨਕ ਧੋਵੈ ਪਾਏ ਪੌੜੀ। ਵਾਹ ਸੱਚ ਸੱਚਾ ਸਤਿਗੁਰ ਅਮਰ ਹੈ ਜਿਸ ਅੰਦਰ ਹਰ ਗੁਰ ਧਾਰਿਆ। ਸੱਚ ਸੱਚਾ ਸਤਿਗੁਰ ਪੁਰਖ ਹੈ ਜਿਨ ਕਾਮ ਕ੍ਰੋਧ ਬਿਖ ਮਾਰਿਆ। ਜਾਂ ਡਿਠਾ ਪੂਰਾ ਸਤਿਗੁਰੂ ਤਾਂ ਅੰਦਰੋਂ ਮਨ ਸਾਧਾਰਿਆ। ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁੰਮ ਵਾਰਿਆ। ਗੁਰਮੁਖ ਚਿਤਾ ਮਨ ਮੁਖ ਹਾਰਿਆ। ਸ਼ਲੋਕ ਮਹਲਾ ਚੌਥਾ। ਕਰ ਕਿਰਪਾ ਸਤਿਗੁਰ ਮੇਲਿਓ ਨਾ ਮੁਖ ਗੁਰਮੁਖ ਨਾਮ ਧਿਆਏ ਸੀ। ਸੋ ਕਰੇ ਜਿਸ ਸਤਿਗੁਰ ਭਾਵ ਸੀ ਗੁਰ ਪੂਰਾ ਘਰੀ ਵਸਾਏ ਸੀ। ਜਿਨ ਅੰਦਰ ਨਾਮ ਨਿਧਾਨ ਹੈ ਤਿਨ ਕਾ ਭਉ ਸਭ ਗਵਾਏ ਸੀ। ਜਿਨ ਰਖਣ ਕੋ ਹਰ ਆਪ ਹੋਏ ਹੋਰ ਕੀਤੀ ਝੱਕ ਝੱਕ ਜਾਏ ਸੀ। ਜਨ ਨਾਨਕ ਨਾਮ ਧਿਆਏ ਤੂੰ ਹਰ ਹਲਤ ਪਲਤ ਛੋੜਾਏ ਸੀ। ਮਹਲਾ ਚੌਥਾ। ਗੁਰ ਸਿੱਖਾਂ ਕੈ ਮਨ ਭਾਮਦੀ ਗੁਰ ਸਤਿਗੁਰ ਕੀ ਵਡਿਆਈ। ਹਰ ਰੱਖੋ ਪੈਜ ਸਤਿਗੁਰੂ ਕੀ ਨਿਤ ਚੜ੍ਹੈ ਸਵਾਈ। ਗੁਰ ਸਤਿਗੁਰ ਕੈ ਮਨ ਪਾਰ ਬ੍ਰਹਮ ਹੈ ਪਾਰ ਬ੍ਰਹਮ ਛੜਾਈ। ਗੁਰ ਸਤਿਗੁਰ ਤਾਣ ਦੀ ਮਾਣ ਹਰ ਤਿਨ ਸਭ ਆਣ ਨਿਵਾਈ। ਜਿਨੀ ਡਿਠਾ ਮੇਰਾ ਸਤਿਗੁਰ ਭਾਉ ਕਰ ਤਿਨ ਕੈ ਸਭ ਪਾਪ ਗਵਾਈ। ਹਰ ਦਰਗਾਹ ਤੇ ਮੁਖ ਉਜਲੇ
ਹੋ ਸੋਭਾ ਪਾਈ। ਜਨ ਨਾਨਕ ਮੰਗੈ ਧੂੜ ਤੇਨਾ, ਜੋ ਗੁਰ ਕੇ ਸਿੱਖ ਮੇਰੇ ਭਾਈ। ਪੌੜੀ ਹਉ ਆਖ ਸਲਾਹੀ ਸਿਫਤ ਸੱਚ, ਸੱਚ ਸੱਚੇ ਕੀ ਵਡਿਆਈ। ਸਲਾਹੀ ਸੱਚ ਸਲਾਹ ਸੱਚ, ਸੱਚ ਕੀਮਤ ਕਿਨੈ ਨਾ ਪਾਈ। ਸੱਚ ਸੱਚਾ ਰਸ ਜਿਨੀ ਚਖਿਆ, ਸੇ ਤ੍ਰਿਪਤ ਰਹੇ ਆਗਾਈ। ਇਹ ਹਰ ਰਸ ਸੇਈ ਜਾਣਦੇ, ਜਿਉ ਮੂੰਗੈ ਮਠਿਆਈ ਖਾਈ। ਗੁਰ ਪੂਰੇ ਹਰ ਪ੍ਰਭ ਸੇਵਿਆ, ਦੋ ਲਾਵਾਂ ਗੁਰ ਗੁਰਪੂਰ ਹੈ ਦੋ। ਗੁਰ ਪੂਰੈ ਹਰ ਪ੍ਰਭ ਸੇਵਿਆ, ਮਨ ਬੱਜੀ ਵਾਧਾਈ। ਸ਼ਲੋਕ ਮਹਲਾ ਚੌਥਾ। ਜਿਨ੍ਹਾਂ ਅੰਦਰ ਉਮਰ ਥਲ, ਸੇਈ ਜਾਣਨ ਸੂਲੀਆਂ। ਹਰ ਜਾਣੈ ਸੇਈ ਬਿਰੋਂ, ਹਉ ਤਿਨ ਬਿਟੋਂ ਸਾਧ ਭੂਮ ਭੁਲਿਆ। ਹਰ ਮੇਲੋ ਸੱਜਣ ਪੁਰਖ, ਮੇਰਾ ਸਿਰ ਤਿਨ ਬਿਟੋਂ ਤਲ ਰੋਲੀਆ। ਜੋ ਸਿੱਖ ਗੁਰ ਕਾਰ ਕਮਾਵੈ, ਹਉ ਗੁਰਮਤਿ ਨਾ ਕਾ ਬੋਲੀਆ। ਹਰ ਰੰਗ ਚਲੂਲੇ ਜੋ ਰਤੇ, ਤਿਨ ਭਿੰਨੀ ਹਰ ਰੰਗ ਚੋਲੀਆ। ਕਰ ਕਿਰਪਾ ਨਾਨਕ ਮੇਲ, ਗੁਰ ਪੈ ਸਿਰ ਵੇਚਿਆ ਬੋਲੀਆ। ਮਹਿਲਾ ਚੌਥਾ। ਔਗਣੀ ਭਰਿਆ ਸਰੀਰ ਹੈ, ਕਿਉ ਸੰਤੋ ਨਿਰਮਲ ਹੋਏ। ਗੁਰਮੁਖ ਗੁਣ ਵਿਹਾਜੀਐ, ਮਲ ਹਉਮੈ ਕੱਟੇ ਧੋਏ। ਸੱਚ ਵਣੰਜੈ ਰੰਗ ਸਿਉ, ਸੱਚ ਸੌਦਾ ਹੋਏ। ਟੋਟਾ ਮੂਲ ਨ ਆਵਈ, ਲਾਹਾ ਹਰ ਭਾਵੈ ਸੋਏ। ਨਾਨਕ ਤਿਨ ਸੱਚ ਵਣੰਜਿਆ, ਜਿਨਾ ਧੁਰ ਲਿਖਿਆ ਪ੍ਰਾਪਤ ਹੋਏ। ਪੌੜੀ ਸਲਾਹੀ ਸੱਚ ਸਲਾਹਣਾ, ਸੱਚ ਸੱਚਾ ਪੁਰਖ ਨਿਰਾਲੇ। ਸੱਚ ਸੇਵੀ ਸੱਚ ਮਨ ਵਸੈ, ਸੱਚ ਸੱਚਾ ਹਰ ਰਖਵਾਲੇ। ਸੱਚ ਸੱਚਾ ਜਿਨੀ ਅਰਾਧਿਆ, ਸੇ ਜਾਏ ਰਲੇ ਸੱਚ ਨਾਲੇ। ਸੱਚ ਸੱਚਾ ਜਿਨੀ ਨਾ ਸੇਵਿਆ, ਸੇ ਮਨ ਮੁਖ ਮੂੜ ਬੇਤਾਲੇ। ਉਹ ਆਲ ਪਤਾਲ ਮੂੰਹ ਖੋਲਦੇ, ਜਿਉ ਪੀਤੈ ਮਦ ਮਤਵਾਲੇ। ਸ਼ਲੋਕ ਮਹਲਾ ਤੀਜਾ। ਗੌੜੀ ਰਾਗ ਸੁਲਖਣੀ, ਜੇ ਖਸਮੈ ਚਿਤ ਕਰੇ। ਭਾਣੈ ਚੱਲੈ ਸਤਿਗੁਰੂ ਕੈ, ਐਸਾ ਸ਼ਿੰਗਾਰ ਕਰੇ। ਸੱਚਾ ਸ਼ਬਦ ਪਧਾਰ ਹੈ, ਸਦਾ ਸਦਾ ਰਾਵੇ। ਜਿਉ ਉਬਲੀ ਮਜੀਠੈ ਰੰਗ ਗਹਿ ਗਰਾ ਗਹਿ ਗਹਾ, ਤਿਉ ਸੱਚੇ ਨੋ ਜੀਉ ਦੇ। ਰੰਗ ਚਲੂਲੇ ਹੱਥ ਰਤੀ, ਸੱਚੇ ਸਿਉ ਲਗਾਨੇ। ਕੂੜ ਠਗੀ ਬੁਝੀ ਨਾ ਰਹੈ, ਕੂੜ ਮੁਲੰਮਾ ਪਲੇਟ ਧਰੇ। ਕੂੜ ਠੱਗੀ ਗੁੱਜੀ ਨਾ ਰਹੈ, ਕੂੜ ਮੁਲੰਮਾ ਪਲੇਟ ਧਰੇ ਹੋ ਧਰ ਦਿਓ। ਕੂੜ ਠਗੀ ਬੁਝੀ ਨਾ ਰਹੈ, ਕੂੜ ਮੁਲੰਮਾ ਪਲੇਟ ਧਰੇ। ਕੂੜੀ ਕਰਨ ਵਡਿਆਈਆਂ, ਕੂੜੇ ਸਿਉ ਲਗਾ ਨੇਹ। ਕੂੜੇ ਸਿਉ ਲਗਾ ਨੇ। ਨਾਨਕ ਸੱਚਾ ਆਪ ਹੈ, ਆਪੇ ਨਦਰ ਕਰੇ। ਮਹਿਲਾ ਚੌਥਾ। ਸਤ ਸੰਗਤ ਮੈਂ ਹਰ ਪੁਸਤਕ ਹੈ, ਸੰਗ ਸਾਧੂ ਮਿਲੇ ਪਿਆਰਿਆ। ਓਏ ਪੁਰਖ ਪੁਰਾਣੀ
ਨਾਹੀ ਧਨ ਧਨ ਜਨ ਹੈ ਉਪਦੇਸ਼ ਕਰੈ ਪਰ ਉਪਕਾਰਿਆ ਹਰ ਨਾਮ ਵਿਰੜਾਵੈ ਹਰ ਨਾਮ ਸੁਣਾਵੈ ਹਰ ਨਾਮੇ ਜਗ ਨਿਸਤਾਰਿਆ ਗੁਰ ਵੇਖਣ ਕੋ ਸਭ ਕੋਈ ਲੋਚੈ ਨਵ ਖੰਡ ਜਗਤ ਨਮਸਕਾਰਿਆ ਤੁਧ ਆਪੇ ਆਪ ਰਖਿਆ ਸਤ ਗੁਰ ਵਿੱਚ ਵਾਹ ਗੁਰ ਆਪੇ ਤੁਧ ਸਵਾਰਿਆ ਤੂੰ ਆਪੇ ਪੂਜੈ ਪੂਜ ਕਰਾਵੇਂ ਸਤ ਗੁਰ ਕੋ ਸਿਰਜਣਹਾਰਿਆ ਕੋਈ ਵਿਛੜ ਜਾਏ ਸਤ ਗੁਰੂ ਪਾਸੋਂ ਤਿਸ ਕਾਲਾ ਮੂੰਹ ਜਮ ਮਾਰਿਆ ਤਿਸ ਅੱਗੇ ਪਿਛੈ ਢੋਈ ਨਾਹੀ ਗੁਰ ਸਿੱਖੀ ਮਨ ਵਿਚਾਰਿਆ ਗੁਰਸਿੱਖੀ ਮਨ ਵਿਚਾਰਿਆ। ਗੁਰਸਿੱਖਾਂ ਨੇ ਮਨ ਵਿੱਚ ਇਹ ਵਿਚਾਰਿਆ ਹੈ। ਕੀ ਵਿਚਾਰਿਆ ਹੈ? ਕੋਈ ਵਿਛੜ ਜਾਏ ਸਤਿਗੁਰੂ ਪਾਸੋਂ, ਕੋਈ ਸਤਿਗੁਰੂ ਕੋਲੋਂ ਵਿਛੜ ਜਾਏ, ਪਿਛਾਂਹ ਹਟ ਜਾਏ, ਮੂੰਹ ਫੇਰ ਲਵੇ, ਵੇਮੁਖ ਹੋ ਜਾਏ। ਤਿਸ ਕਾਲਾ ਮੂੰਹ, ਇੱਕ ਤਾਂ ਉਹ ਕਾਲੇ ਮੂੰਹ ਵਾਲਾ ਹੈ, ਜੰਮ ਮਾਰਿਆ, ਦੂਜਾ ਜੰਮ ਨੇ ਮਾਰਿਆ, ਵਿਕਾਰਾਂ ਦੀ ਮਾਰ ਉਹਨੂੰ ਪਏਗੀ। ਤੀਜੇ ਨੰਬਰ ਤੇ ਕਹਿੰਦੇ ਨੇ ਤਿਸ ਅੱਗੇ ਪਿੱਛੇ ਢੋਈ ਨਾਹੀ, ਉਹਨੂੰ ਟਿਕਾਣਾ ਵੀ ਕੋਈ ਨਹੀਂ। ਗੁਰਸਿੱਖੀ ਮਨ ਵਿਚਾਰਿਆ। ਗੁਰਸਿੱਖਾਂ ਨੇ ਮਨ ਵਿੱਚ ਇਹ ਵਿਚਾਰਿਆ ਕਿ ਗੁਰੂ ਕੋਲੋਂ ਵਿਛੜ ਕੇ ਆ ਅਲਾਮਤਾਂ ਜਿਹੜੀਆਂ ਉਹ ਆ ਜਾਂਦੀਆਂ, ਇਹਨਾਂ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਨੁੱਖ ਇਦਾਂ ਖੱਜਲ ਹੋ ਜਾਂਦਾ ਹੈ, ਖੁਆਰ ਹੋ ਜਾਂਦਾ ਹੈ। ਗੁਰੂ ਕੋਲੋਂ ਨਹੀਂ ਵਿਛੜਨਾ ਚਾਹੀਦਾ ਜੀ। ਸਤਿਗੁਰੂ ਨੋ ਮਿਲੇ ਸੇਈ ਜਨ ਉਪਰੇ ਜਿਨ ਹਿਰਦੈ ਨਾਮ ਸੁਮਾਰਿਆ ਜਨ ਨਾਨਕ ਕੇ ਗੁਰ ਸਿੱਖੋ ਪੁੱਤੋ ਜਨ ਨਾਨਕ ਕੇ ਗੁਰ ਸਿੱਖੋ ਜਨ ਨਾਨਕ ਕੇ ਗੁਰ ਸਿੱਖ ਪੁੱਤੋ ਹਰ ਜਪਿਓ ਹਰ ਨਿਸਤਾਰਿਆ। ਇੱਕ ਜਦੋਂ ਅਸੀਂ ਹਾਂਜੀ ਹਾਂਜੀ ਧਰੇ ਹੋ ਔਂਕੜ ਉਚਾਰਨ ਚ ਲੈਣਾ ਪਏਗਾ। ਹਾਂਜੀ ਹਾਂਜੀ ਉਹ ਪੜ੍ਹਨਾ ਪਿਆ, ਕਿਉਂਕਿ ਉੱਥੇ ਸਤਿਗੁਰੂ ਹੁਕਮ ਕਰ ਰਹੇ ਨੇ ਕਿ ਤੁਸੀਂ ਕੂੜ ਮੁਲੰਮਾ ਲਪੇਟ ਕੇ ਧਰ ਦਿਓ, ਰੱਖ ਦਿਓ। ਜੇ ਤੁਸੀਂ ਕੂੜ ਮੁਲੰਮਾ, ਜਿਹੜਾ ਆਪਾਂ ਮੁਲੰਮੇ ਦੀ ਉਦੋਂ ਵੀ ਗੱਲ ਕੀਤੀ ਸੀ, ਕੂੜ ਮੁਲੰਮਾ ਜੇ ਤੁਸੀਂ ਚਾੜ ਕੇ ਰੱਖ ਦਿਓ, ਇਹ ਗੁੱਝਾ ਨਹੀਂ ਰਹਿਣਾ, ਇਹਨੇ ਲੱਥ ਜਾਣਾ ਹੈ, ਪ੍ਰਗਟ ਹੋ ਜਾਣਾ ਹੈ। ਤਾਂ ਉਹ ਹੁਕਮ ਚ ਕਹਿ ਰਹੇ ਨੇ ਕਿ ਤੁਸੀਂ ਕੂੜ ਮੁਲੰਮਾ ਪਲੇਟ ਧਰੇ ਹੋ, ਧਰ ਦਿਓ, ਵੇਖ ਲਓ ਤੁਸੀਂ ਇਹ ਕਰਕੇ, ਕਹਿੰਦੇ ਲੱਥ ਜਾਏਗਾ। ਤਾਂ ਉਹਦਾ ਉਚਾਰਨ ਇਹੀ ਕਰਨਾ ਪਏਗਾ। ਹਾਂਜੀ ਜਿੱਥੇ ਤਾਂ ਜਿਵੇਂ ਗ੍ਰਾਮਰ ਦਾ ਜਿਹੜਾ ਮਸਲਾ ਨਾ ਜੀ, ਜਿਵੇਂ ਇੱਕ ਵਚਨ ਚ ਜਿੱਥੇ ਸੰਕੇਤ ਹੋ ਰਿਹਾ ਕਿ ਇਹ ਜਿਹੜੀ ਗੱਲ ਹੈ ਇਹ ਨਾਉਨ, ਇਹ ਇੱਕ ਵਚਨ ਚ ਹੈ, ਇੱਕ ਦੀ ਗੱਲ ਹੋ ਰਹੀ ਹੈ। ਦੂਜਾ ਔਂਕੜ ਜਦੋਂ ਇਦਾਂ ਆਉਂਦਾ ਤਾਂ ਉਹ ਇਹ ਸੰਕੇਤ ਵੀ ਦਿੰਦਾ ਹੈ ਕਿ ਇਹ ਇੱਕ ਵਚਨ ਲਈ ਤੇ ਪੁਲਿੰਗ ਲਈ ਹੈ। ਠੀਕ ਹੈ ਜੀ। ਮੈਂ ਥੋੜਾ ਜਿਹਾ ਤੁਹਾਡੇ ਸਾਹਮਣੇ ਕੁਛ, ਜੇ ਆਪ ਜੀ ਥੋੜਾ ਜਿਹਾ ਸੁਣ ਲਓ ਤਾਂ ਮੈਂ ਸੰਕੇਤ ਤੁਹਾਡੇ ਸਾਹਮਣੇ ਰੱਖਦਾ। ਜਪ ਬਾਣੀ ਸਾਡੇ ਸਾਰਿਆਂ ਦੇ ਯਾਦ ਹੈ, ਮੈਂ ਜਪ ਬਾਣੀ ਚੋਂ ਹੀ ਤੁਹਾਡੇ ਸਾਹਮਣੇ ਰੱਖ ਦਿੰਦਾ। ਜਦੋਂ ਤੁਸੀਂ 2 ਨੰਬਰ ਪੌੜੀ ਪੜ੍ਹਦੇ ਹੋ ਜਪ ਬਾਣੀ ਦੀ, 2 ਨੰਬਰ ਪੌੜੀ ਪੜ੍ਹਦਿਆਂ ਤੁਹਾਡੇ ਸਾਹਮਣੇ ਹੁਕਮ ਦੇ ਕਿੰਨੇ ਰੂਪ ਆਉਂਦੇ ਆ। ਹੁਕਮ ਦੇ ਮੰਮੇ ਨੂੰ ਸਿਹਾਰੀ ਵੀ ਆਉਂਦੀ ਆ, ਔਂਕੜ ਵੀ ਆਉਂਦਾ, ਮੁਕਤਾ ਵੀ ਆ ਜਾਂਦਾ, ਦੁਲਾਵਾਂ ਵੀ ਆ ਜਾਂਦੀਆਂ। ਤੁਸੀਂ ਸਿੱਧੇ 5 ਨੰਬਰ ਪੌੜੀ ਤੇ ਪਹੁੰਚੋ ਤੇ 5 ਨੰਬਰ ਪੌੜੀ ਤੇ ਤੁਹਾਨੂੰ ਪਾਠ ਅਖੀਰਲੀਆਂ 2 ਲਾਈਨਾਂ ਵਿੱਚ ਵੇਖੋ, ਗੁਰਾ ਇੱਕ ਦੇ 부ਝਾਈ, ਇੱਕ ਦੇ ਕੱਕੇ ਨੂੰ ਔਂਕੜ ਨਹੀਂ ਆ। ਅੱਗੇ ਫਿਰ ਦੂਜੀ ਲਾਈਨ ਜਦੋਂ ਇਹਦੇ ਅਗਲੀ ਪੜ੍ਹਦੇ ਆ ਤਾਂ ਸਭਨਾ ਜੀਆਂ ਕਾ ਇੱਕ ਦਾਤਾ,
ਉੱਥੇ ਇੱਕ ਦੇ ਕੱਕੇ ਨੂੰ ਔਂਕੜ ਵੀ ਆ। ਜੇ ਇੱਥੇ ਫਲੈਸ਼ ਹੋ ਸਕਦਾ ਦੇਖ ਲਿਓ। ਸਭਨਾ ਜੀਆਂ ਕਾ ਇੱਕ ਦਾਤਾ, ਉੱਥੇ ਇੱਕ ਦੇ ਕੱਕੇ ਨੂੰ ਔਂਕੜ ਹੈ। ਹੁਣ ਦੋਵੇਂ ਚੀਜ਼ਾਂ ਦੇਖੋ ਸਾਹਮਣੇ ਸਾਡੇ, ਉੱਥੇ ਵੀ ਇੱਕ ਹੈ ਤੇ ਅਗਲੀ ਲਾਈਨ ਵਿੱਚ ਵੀ ਇੱਕ ਹੈ। ਇਹੀ ਦੋ ਲਾਈਨਾਂ ਫਿਰ 6ਵੀਂ ਪੌੜੀ ਵਿੱਚ ਵੀ ਦੁਹਰਾਈਆਂ ਗਈਆਂ। ਗੁਰਾ ਇੱਕ ਦੇ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਹੁਣ ਦੇਖੋ, ਜਦੋਂ ਇੱਕ ਦੇ ਕੱਕੇ ਨੂੰ ਔਂਕੜ ਨਹੀਂ ਨਾ ਆ ਰਿਹਾ, ਇੱਕ ਜੁੜਿਆ ਹੋਇਆ 부ਝਾਈ ਨਾਲ, ਉਹਦਾ ਵਿਸ਼ੇਸ਼ਤਾਈ ਵਿਸ਼ੇਸ਼ਣ ਹੈ। ਉਹ ਕਹਿੰਦਾ 부ਝਾਈ ਸਮਝ, ਮੈਨੂੰ ਇੱਕ ਸਮਝ ਦੇ, ਹੇ ਗੁਰੂ ਜੀ ਮੈਨੂੰ ਇੱਕ ਸਮਝ ਦੇ। ਸਮਝ ਇਸਤਰੀ ਲਿੰਗ ਹੈ, ਸਮਝ ਇਸਤਰੀ ਲਿੰਗ ਚ ਹੈ, ਉਹਦੇ ਨਾਲ ਲੱਗਾ ਹੋਇਆ ਇੱਕ ਵੀ ਇਸਤਰੀ ਲਿੰਗ ਚ ਹੋ ਗਿਆ, ਕਿਉਂਕਿ ਨਾ ਉਹਨੂੰ ਔਂਕੜ ਹੈ ਨਾ ਉਹਨੂੰ ਸਿਹਾਰੀ ਹੈ। ਜਦੋਂ ਦਾਤਾ ਸ਼ਬਦ ਵਰਤਿਆ, ਦਾਤੇ ਦੇ ਨਾਲ ਇੱਕ ਲੱਗਾ, ਤਾਂ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਆ ਕਿ ਦਾਤਾ ਇੱਕ ਆ, ਦਾਤੇ ਬਹੁਤੇ ਨਹੀਂ, ਦਾਤਾ ਇੱਕ ਆ। ਤੇ ਦਾਤਾ ਪੁਲਿੰਗ ਆ, ਉਹਨੂੰ ਪੁਰਖ ਰੂਪ ਵਿੱਚ ਸਵੀਕਾਰ ਕੀਤਾ ਗਿਆ। ਦਾਤਾ ਇੱਕ ਆ, ਉਹ ਪੁਲਿੰਗ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਉੱਥੇ ਔਂਕੜ ਲਾ ਦਿੱਤਾ ਗਿਆ। ਔਰ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਕਰੋਗੇ, ਧਿਆਨ ਨਾਲ ਦੇਖਿਓ, ਇੱਕ ਦਾ ਕੱਕਾ ਮੁਕਤਾ, ਇੱਕ ਦੇ ਕੱਕੇ ਨੂੰ ਔਂਕੜ, ਇੱਕ ਦੇ ਕੱਕੇ ਨੂੰ ਸਿਹਾਰੀ, ਇਹ ਤਿੰਨੇ ਰੂਪ ਤੁਹਾਨੂੰ ਮਿਲਣਗੇ। ਔਰ ਜਦੋਂ ਤਿੰਨੇ ਰੂਪ ਮਿਲਣਗੇ ਨਾ, ਜਦੋਂ ਇੱਕ ਦੇ ਕੱਕੇ ਨੂੰ ਔਂਕੜ ਹੈ, ਉਹ ਇੱਕ ਵਚਨ ਪੁਲਿੰਗ ਲਈ ਆਏਗਾ, ਇੱਕ ਵਚਨ ਲਈ ਤੇ ਪੁਲਿੰਗ ਲਈ ਆਏਗਾ। ਜਦੋਂ ਇੱਕ ਦਾ ਕੱਕਾ ਮੁਕਤਾ ਹੈ, ਉਹ ਇਸਤਰੀ ਲਿੰਗ ਲਈ ਆਏਗਾ। ਜਦੋਂ ਇੱਕ ਦੇ ਕੱਕੇ ਨੂੰ ਸਿਹਾਰੀ ਹੈ, ਉਹ ਬਹੁ ਵਚਨ ਲਈ ਆਏਗਾ। ਇਦਾਂ ਹੀ ਸਭ ਸ਼ਬਦ ਜਿਹੜਾ ਤੁਸੀਂ ਰਹਿਰਾਸ ਦਾ ਪਾਠ ਸਾਰਿਆਂ ਨੂੰ ਯਾਦ ਹੈ, ਹੁਣ ਆਪਾਂ ਪਾਠ ਕਰਾਂਗੇ। ਤਾਂ ਜਦੋਂ ਅਸੀਂ ਰਹਿਰਾਸ ਦੇ ਪਾਠ ਵਿੱਚ ਗਾਵਨ ਤੁਧਨੋਂ ਵਾਲੇ ਸ਼ਬਦ ਅਗਲੇ ਪੜ੍ਹਦੇ ਹਾਂ, ਤਾਂ ਉਹਦੇ ਵਿੱਚ ਤੁਹਾਨੂੰ ਜਿਵੇਂ ਸੁਣ, ਵੱਡਾ ਆਖੈ ਸਭ ਕੋਏ, ਸਭ ਦੇ ਤਿੰਨੇ ਸਰੂਪ ਮਿਲ ਜਾਣਗੇ। ਸਭ ਦੇ ਭੱਬੇ ਨੂੰ ਸਿਹਾਰੀ, ਸਭ ਦੇ ਭੱਬੇ ਨੂੰ ਔਂਕੜ ਤੇ ਸਭ ਦਾ ਭੱਬਾ ਮੁਕਤਾ। ਜਦੋਂ ਸਿਹਾਰੀ ਲੱਗੀ ਹੈ, ਉਹ ਬਹੁਤਿਆਂ ਲਈ ਆ ਰਿਹਾ, ਬਹੁ ਵਚਨ ਚ ਆ ਰਿਹਾ। ਔਂਕੜ ਲੱਗਾ ਹੈ, ਉਹ ਇੱਕ ਵਚਨ ਜਾਂ ਇਕੱਠ ਵਾਚਕ ਵਿੱਚ ਆ ਰਿਹਾ ਹੈ। ਜਦੋਂ ਸਭ ਦੇ ਭੱਬੇ ਦਾ ਮੁਕਤਾ ਹੈ, ਔਂਕੜ ਸਿਹਾਰੀ ਨਹੀਂ, ਤਾਂ ਉਹ ਇਸਤਰੀ ਲਿੰਗ ਲਈ ਆ ਰਿਹਾ ਹੈ। ਠੀਕ ਹੈ ਜੀ। ਇਹ ਸਾਨੂੰ ਕੁਝ ਇਦਾਂ ਰੱਟੇ ਲਾਉਣੇ ਹੀ ਪੈਣੇ ਆ। ਔਰ ਬਹੁਤ ਸਾਰੇ ਇੱਧਰ ਅਸੀਂ ਉਦੋਂ ਕੋਸ਼ਿਸ਼ ਕੀਤੀ ਸੀ, ਇਹ 3 ਬੈਨਰ ਅਸੀਂ ਲਾਏ ਸੀਗੇ। ਇਹ 3 ਬੈਨਰ ਅਸੀਂ ਇਸੇ ਕਰਕੇ ਹੀ ਲਾਏ ਸੀ ਕਿ ਇਹਦੇ ਤੇ ਜੇ ਕੋਈ ਗ੍ਰਾਮਰ ਦਾ ਮਸਲਾ ਸਾਹਮਣੇ ਆਉਂਦਾ ਤਾਂ ਅਸੀਂ ਇੱਥੋਂ ਥੋੜਾ ਸਮਝ ਸਕੀਏ। ਪਹਿਲਾ ਬੈਨਰ ਜਿਹੜਾ ਇੱਧਰ ਪਹਿਲੇ ਨੰਬਰ ਤੇ ਲੱਗਾ ਹੋਇਆ, ਉੱਥੇ ਅੰਮ੍ਰਿਤ ਪਹਿਲਾ ਤੱਤਾ ਵੇਖੋਗੇ ਮੁਕਤਾ ਆ, ਕਿਉਂਕਿ ਪਹਿਲਾ ਅੰਮ੍ਰਿਤ ਬਾਣੀ ਦੇ ਨਾਲ ਆ ਰਿਹਾ ਤੇ ਬਾਣੀ ਇਸਤਰੀ ਲਿੰਗ ਹੈ। ਅੰਮ੍ਰਿਤ ਬਾਣੀ ਆਪਾਂ ਸਾਰੇ ਹੀ ਬੋਲਦੇ ਆ, ਮੈਂ ਬਾਣੀ ਪੜ੍ਹੀ, ਬਾਣੀ ਪੜ੍ਹਿਆ, ਬਾਣੀ ਪੜ੍ਹਿਆ ਤਾਂ ਨਹੀਂ ਨਾ ਬੋਲਦੇ। ਮੈਨੂੰ ਬਾਣੀ ਆਉਂਦੀ ਹੈ, ਬਾਣੀ ਆਉਂਦਾ ਹੈ, ਇਹ ਤਾਂ ਨਹੀਂ ਬੋਲਦੇ। ਅੰਮ੍ਰਿਤ ਬਾਣੀ ਸਦਾ ਸਲਾਹੇ। ਅੱਗੇ ਵੇਖੋ, ਅੰਮ੍ਰਿਤ ਦੇ ਤੱਤੇ ਨੂੰ ਸਿਹਾਰੀ ਹੈ, ਇੱਕੇ ਲਾਈਨ 'ਚ ਹੀ ਹੈ। ਅੰਮ੍ਰਿਤ ਦੇ ਤੱਤੇ ਨੂੰ ਸਿਹਾਰੀ ਹੈ। ਅੰਮ੍ਰਿਤ ਬਾਣੀ ਸਦਾ ਸਲਾਹੇ। ਅੰਮ੍ਰਿਤ, ਅਗਲੇ ਅੰਮ੍ਰਿਤ ਨੂੰ ਤੱਤੇ ਨੂੰ ਫੇਰ ਔਂਕੜ ਲੱਗਾ ਹੋਇਆ, ਅੰਮ੍ਰਿਤ ਅੰਮ੍ਰਿਤ ਪਾਵਣਿਆ। ਪਹਿਲੀ ਗੱਲ ਤਾਂ ਇਹ ਚੇਤਾ ਰੱਖਿਓ ਕਿ ਕੁਝ ਸਾਡੇ ਜਿਹੜੇ ਡੇਰੇਦਾਰ ਬਾਬੇ ਨੇ, ਉਹ ਇਸ ਗੱਲ ਤੇ ਬਹੁਤ ਜ਼ੋਰ ਦਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਆਕਰਨ ਨਾਂ ਦੀ ਕੋਈ ਚੀਜ਼ ਨਹੀਂ ਗੀ। ਗੁਰੂ ਗ੍ਰੰਥ ਸਾਹਿਬ ਸਾਰੇ ਬੰਧਨਾਂ ਤੋਂ ਮੁਕਤ ਨੇ। ਔਰ ਇਹ ਜਿਹੜਾ ਵਿਆਕਰਨ ਵਾਲਾ ਮਸਲਾ, ਇਹ ਕੁਝ ਵਿਦਵਾਨ ਜਾਂ ਖਾਸ ਕਰਕੇ ਉਹ ਇਹ ਕਹਿੰਦੇ ਨੇ ਕਿ ਮਿਸ਼ਨਰੀ ਕਾਲਜ ਵਾਲੇ ਜਿਹੜੇ ਨੇ ਇਹ ਥੋਪਦੇ ਆ ਉੱਤੇ।
ਜਦ ਕਿ ਤੁਸੀਂ ਦੇਖ ਸਕਦੇ ਹੋ ਅੰਮ੍ਰਿਤ ਪਹਿਲਾ ਵੀ ਹੈ, ਦੂਜਾ ਵੀ ਹੈ, ਤੀਜਾ ਵੀ ਇੱਕੇ ਲਾਈਨ 'ਚ ਹੀ ਹੈ। ਉਸ ਤੋਂ ਅਗਲਾ ਜਪ ਬਾਣੀ ਚੋਂ ਅਸੀਂ ਲਿਆ ਸੀਗਾ ਕਮਣ ਦੇ ਸਰੂਪ, ਤੁਸੀਂ ਦੇਖ ਸਕਦੇ ਹੋ। ਥੋੜਾ ਬੈਨਰ ਲੰਮਾ ਹੁੰਦਾ ਸੀ, ਅਸੀਂ ਉਹ ਵਿੱਚੋਂ ਛੱਡ ਦਿੱਤਾ ਸੀਗਾ। ਜੇ ਵੇਖਣਾ ਹੋਵੇ ਤੇ ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਦੇ 20 ਸਰੂਪ ਦੇਖੇ ਜਾ ਸਕਦੇ। ਪਹਿਲੀਆਂ 4 ਲਾਈਨਾਂ 'ਚ ਅਮੁੱਲ ਤੇ ਉਸ ਤੋਂ ਅਗਲੀਆਂ 4 ਲਾਈਨਾਂ 'ਚ ਫਿਰ ਅਮੁੱਲ ਲੱਲੇ ਨੂੰ ਔਂਕੜ ਨਹੀਂ ਹੈ। ਅਮੁੱਲ ਗੁਣ ਔਂਕੜ ਨਹੀਂ ਅਮੁੱਲ ਨੂੰ, ਕਿਉਂ? ਗੁਣ ਬਹੁਤੇ ਆ, ਗੁਣ ਬਹੁਤੇ ਆ ਤੇ ਗੁਣਾਂ ਦੇ ਨਾਲ ਗੁਣਾਂ ਦੀ ਵਿਸ਼ੇਸ਼ਤਾ ਹੀ ਦੱਸ ਰਿਹਾ ਅਮੁੱਲ, ਕੀਮਤ ਨਹੀਂ ਕੋਈ। ਉਹ ਵਿਸ਼ੇਸ਼ਤਾ ਹੀ ਦੱਸ ਰਿਹਾ ਨਾ, ਉਹਦਾ ਵਿਸ਼ੇਸ਼ਣ ਹੈ। ਉਹ ਕਹਿੰਦੇ ਅਮੁੱਲ ਗੁਣ, ਗੁਣ ਬਹੁਤੇ ਆ। ਗੁਣ ਦੇ ਨਾਣੇ ਨੂੰ ਔਂਕੜ ਨਹੀਂ, ਇਸ ਕਰਕੇ ਅਮੁੱਲ ਦੇ ਲੱਲੇ ਨੂੰ ਵੀ ਔਂਕੜ ਨਹੀਂ। ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਾਪਾਰੀਏ, ਅਮੁੱਲ ਭੰਡਾਰ, ਭੰਡਾਰ ਬਹੁਤੇ ਆ ਗੁਣਾਂ ਦੇ। ਗੁਣਾਂ ਨੂੰ ਵਾਪਾਰਨ ਵਾਲੇ, ਗੁਣਾਂ ਨੂੰ ਖਰੀਦਣ ਵਾਲੇ ਵੀ ਬਹੁਤੇ ਆ, ਇੱਕ ਨਹੀਂ ਹੈਗਾ। ਫਿਰ ਜਦੋਂ ਉਹ ਅੱਗੇ ਤੁਰਦੇ ਫਿਰ ਕਹਿੰਦੇ ਆ ਅਮੁੱਲ ਧਰਮ, ਧਰਮ ਹੁਣ ਬਹੁਤੇ ਨਹੀਂ ਹੈਗੇ। ਰੱਬ ਇੱਕ ਆ, ਰੱਬ ਦਾ ਧਰਮ ਵੀ ਇੱਕ ਆ। ਧਰਮ ਦੇ ਮੰਮੇ ਨੂੰ ਔਂਕੜ ਲੱਗਾ, ਅਮੁੱਲ ਦੇ ਲੱਲੇ ਨੂੰ ਵੀ ਔਂਕੜ ਲੱਗ ਗਿਆ। ਤੋ ਆਪ ਜੀ ਨੇ ਇਹ ਵੀ ਦਰਸ਼ਨ ਕਰ ਲੈਣਾ। ਫਿਰ ਇਦਾਂ ਹੀ ਉੱਥੇ ਵੇਖੋ ਕਮਣ ਸੋ ਵੇਲਾ, ਵੇਲਾ ਸਮਾਂ, ਟਾਈਮ, ਠੀਕ ਹੈ ਜੀ। ਜਿਹੜਾ ਹਿੰਦੁਸਤਾਨ ਦਾ ਸ਼ਬਦ ਹੈ ਵੇਲਾ, ਜਿਹੜਾ ਇਸਲਾਮਿਕ ਬੋਲੀ ਦੇ ਅੰਦਰ ਉੱਥੇ ਉਹ ਬੋਲਦੇ ਵਕਤ, ਅਰਥ ਇਹਦਾ ਵੀ ਸਮਾਂ ਹੀ ਹੈ। ਤੁਸੀਂ ਵੇਖਿਆ ਹੋਵੇਗਾ ਆਪਣੇ ਪੰਜਾਬੀ ਦੇ ਵਿੱਚ ਵੀ ਥੋੜਾ ਜਿਹਾ ਵਿਗਾੜ ਕੇ ਅਸੀਂ ਜਿੱਥੇ ਸਮਾਂ ਬੋਲਦੇ, ਟਾਈਮ ਬੋਲਦੇ, ਉੱਥੇ ਆਪਾਂ ਕਈ ਵਾਰੀ ਕਹਿੰਦੇ ਵਕਤ, ਠੀਕ ਹੈ ਜੀ। ਵਕਤ ਉਹਦਾ ਅਰਥ ਵੀ ਸਮਾਂ ਹੀ ਹੈ। ਕਮਣ ਸੋ ਵੇਲਾ, ਕਮਣ ਦੇ ਨਾਣੇ ਨੂੰ ਔਂਕੜ ਹੈ ਕਿਉਂਕਿ ਵੇਲਾ ਪੁਲਿੰਗ ਹੈ, ਇੱਕ ਹੈ। ਉਹ ਕਿਹੜਾ ਵੇਲਾ? ਵਕਤ ਕਮਣ, ਵਕਤ ਦੇ ਤੱਤੇ ਨੂੰ ਵੀ ਔਂਕੜ ਲੱਗਾ ਹੋਇਆ, ਕਮਣ ਦੇ ਨਾਣੇ ਨੂੰ ਵੀ ਔਂਕੜ ਲੱਗਾ ਹੋਇਆ, ਠੀਕ ਹੈ ਜੀ। ਥਿਤ, ਤਰੀਕ, ਥਿਤ, ਥਿਤੀ ਇਸਤਰੀਲਿੰਗ ਹੈ। ਥੱਥੇ ਨੂੰ ਸਿਹਾਰੀ, ਤੱਤੇ ਨੂੰ ਸਿਹਾਰੀ ਲੱਗੀ ਹੋਈ ਆ, ਇਸਤਰੀਲਿੰਗ ਹੈ। ਥਿਤੀ, ਤਰੀਕ, ਉੱਥੇ ਕਮਣ ਦੇ ਨਾਣਾ ਵੇਖੋ ਮੁਕਤਾ ਹੋ ਗਿਆ। ਕੋਈ ਬਹੁਤਾ ਔਖਾ ਨਹੀਂ ਹੈਗਾ। ਜੇ ਅਸੀਂ ਉਹ ਤੀਜੇ ਬੈਨਰ ਵੱਲ ਵੀ ਧਿਆਨ ਦਿੰਦੇ ਹਾਂ ਤਾਂ ਉੱਥੇ ਵੀ ਦੇਖੋ ਆਹਰ ਸਭ, ਉਹ ਤਿੰਨੇ ਸਭ ਉੱਥੇ ਨਾਲ ਹੀ ਲੱਗੇ ਹੋਏ ਆ। ਆਹਰ ਸਭ ਕਰਦਾ ਫਿਰੈ, ਜਦੋਂ ਸਭ ਆਹਰ, ਸਾਰੇ ਆਹਰ, ਤੇ ਆਹਰ ਦਾ ਰਾਰਾ ਮੁਕਤਾ ਹੋ ਗਿਆ ਕਿਉਂਕਿ ਬਹੁਤੇ ਆਹਰ ਹੋ ਗਏ। ਫਿਰ ਕਹਿੰਦੇ ਆਹਰ ਇੱਕ ਨਾ ਹੋਏ, ਇੱਕ ਦੇ ਕੱਕੇ ਨੂੰ ਔਂਕੜ ਲੱਗਾ, ਇੱਕ ਆਹਰ, ਇੱਕ ਕੰਮ, ਉੱਥੇ ਰਾਰੇ ਨੂੰ ਔਂਕੜ ਵੀ ਲੱਗ ਗਿਆ। ਨਾਨਕ ਜਿਤ ਆਹਰ ਜਗ ਉਦਰੈ, ਆਹਰ ਦੇ ਸਿਹਾਰੀ ਆ ਗਈ। ਹੇ ਨਾਨਕ ਜਿਸ ਆਹਰ ਰਾਹੀਂ, ਜਿਸ ਆਹਰ ਨਾਲ, ਜਿਸ ਆਹਰ ਦੁਆਰਾ ਸੰਸਾਰ ਤਰਨਾ ਆ, ਵਿਰਲਾ ਬੁੱਝੈ, ਕੋਈ ਵਿਰਲਾ ਹੀ ਬੁੱਝਦਾ। ਭਗਤ ਦੇ ਤਿੰਨੇ ਸਰੂਪ ਦੇਖੇ ਹੋਣਗੇ। ਭਗਤ ਦੇ ਤੱਤੇ ਨੂੰ ਸਿਹਾਰੀ ਵੀ ਆ ਜਾਂਦੀ ਆ, ਔਂਕੜ ਵੀ ਆ ਜਾਂਦਾ ਹੈ, ਮੁਕਤਾ ਵੀ ਆ ਜਾਂਦਾ ਹੈ। ਭਗਤਾਂ ਆਪਣੇ ਆਪ 'ਚ ਹੀ ਬਹੁਵਚਨ ਹੈ। ਹੁਣ ਜਦੋਂ ਭਗਤ ਦੇ ਤੱਤੇ ਨੂੰ ਸਿਹਾਰੀ ਆਏਗੀ, ਇਸਤਰੀਲਿੰਗ 'ਚ ਆਏਗਾ, ਤੱਤੇ ਨੂੰ ਔਂਕੜ ਆਏਗਾ, ਇੱਕ ਲਈ ਆ ਰਿਹਾ, ਤੱਤਾ ਮੁਕਤਾ ਆ ਰਿਹਾ, ਬਹੁਤਿਆਂ ਭਗਤਾਂ ਲਈ ਆ ਰਿਹਾ। ਭਾਗ ਹੋਆ, ਗੁਰ ਦੇ ਰਾਰੇ ਨੂੰ ਸਿਹਾਰੀ ਹੈ, ਗੁਰੂ ਨੇ ਸੰਤ ਦੇ ਤੱਤੇ ਨੂੰ ਔਂਕੜ ਹੈ, ਇੱਕ ਲਈ ਆ ਗਿਆ। ਭਾਗ ਹੋਆ ਗੁਰ ਸੰਤ ਮਿਲਾਇਆ, ਚੰਗਾ ਭਾਗ ਹੋਆ ਗੁਰੂ ਨੇ ਸੰਤ ਪਰਮੇਸ਼ਰ ਅਕਾਲ ਪੁਰਖ ਮਿਲਾ ਦਿੱਤਾ। ਹੁਣ ਅਸੀਂ ਕਹਾਂਗੇ ਇੱਥੇ ਸੰਤ ਦੇ ਅਰਥ ਪਰਮੇਸ਼ਰ ਕਿਵੇਂ ਕੀਤੇ, ਤੁਸੀਂ ਅਗਲੀਆਂ ਲਾਈਨਾਂ ਪੜ੍ਹ ਕੇ ਦੇਖੋ। ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਿਨਾਸ਼ੀ
ਉਹ ਤਾਂ ਪ੍ਰਭ ਅਬਿਨਾਸ਼ੀ ਦੀ ਗੱਲ ਹੋ ਰਹੀ ਹੈ ਨਾ। ਗੁਰੂ ਨੇ ਸੰਤ ਨਾਲ ਮਿਲਾਇਆ, ਤੇ ਸੰਤ ਕੌਣ ਹੈ? ਪ੍ਰਭ ਅਬਿਨਾਸ਼ੀ ਆ। ਪਰ ਸਾਨੂੰ ਉਹ ਜਿਹੜੇ ਭਰਮਾਉਣ ਵਾਲੇ ਨੇ ਉਹ ਕਹਿਣਗੇ ਵੇਖੋ ਜੀ ਤੁਹਾਡੇ ਤੇ ਬੜੀ ਕਿਰਪਾ ਹੋਈ, ਗੁਰੂ ਨੇ ਸੰਤਾਂ ਨਾਲ ਤੁਹਾਡਾ ਮਿਲਾਪ ਕਰਾਤਾ, ਘੁੱਟੀ ਜਾਓ ਪੈਰ। ਉਹ ਸਾਨੂੰ ਇੱਥੇ ਲੈ ਕੇ ਜਾਂਦੇ ਨੇ। ਜਦੋਂ ਅਸੀਂ ਗ੍ਰਾਮਰ ਵਾਲੇ ਮਸਲੇ ਨੂੰ ਦੇਖ ਕੇ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਲੱਗੇਗਾ ਇਹ ਸ਼ਬਦ ਕਿਸੇ ਵਿਅਕਤੀ ਵਿਸ਼ੇਸ਼ ਲਈ ਇਦਾਂ ਨਹੀਂ ਆ ਰਿਹਾ। ਜਿੱਥੇ ਇਹ ਨੇਮ ਸਾਨੂੰ ਸਮਝ ਆ ਜਾਣਗੇ ਉੱਥੇ ਸਾਨੂੰ ਝੱਟ ਹੀ ਪਤਾ ਲੱਗ ਜਾਏਗਾ ਇਹ ਤਾਂ ਗੁਰੂ ਦੀ ਵਡਿਆਈ ਹੈ, ਬੰਦਿਆਂ ਵਾਲੇ ਪਾਸੇ ਕਿਉਂ ਜਾਈਏ ਅਸੀਂ। ਤਾਂ ਕੋਈ ਬਹੁਤਾ ਔਖਾ ਨਹੀਂ। ਉੱਥੇ ਜਿਹੜੀ ਗੱਲ ਅਸੀਂ ਪੜ੍ਹ ਰਹੇ ਸਾਂ, ਜਦੋਂ ਹੁਕਮੀ ਕਿਰਿਆ 'ਚ ਆਉਂਦਾ, ਹੁਕਮੀ ਕਿਰਿਆ 'ਚ ਜਦੋਂ ਆਰਡਰ ਦਿੱਤਾ ਜਾ ਰਿਹਾ, ਹੁਕਮ ਕੀਤਾ ਜਾ ਰਿਹਾ ਕਿ ਤੁਸੀਂ ਇਹ ਕਰੋ, ਜਿਵੇਂ ਜਪੋ, ਸਿਮਰੋ, ਹਾਹੇ ਨੂੰ ਔਂਕੜ ਨਾਲ ਲੱਗ ਕੇ ਆ ਰਿਹਾ, ਜਪੋ ਸਿਮਰੋ, ਉਹ ਸਾਨੂੰ ਬੋਲਣਾ ਪਏਗਾ ਕਿਉਂਕਿ ਗੁਰੂ ਵੱਲੋਂ ਆਰਡਰ ਹੁਕਮ ਹੋ ਰਿਹਾ। ਹਾਂਜੀ ਹਾਂ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ, ਹਾਹੇ ਨੂੰ ਔਂਕੜ ਲੱਗੇ ਹੋਏ ਨੇ, ਬੋਲ ਰਹੇ ਆਪਾਂ। ਪਰ ਉਹ ਦੇਖਣਾ ਪਏਗਾ ਵੀ ਜੇ ਹੁਕਮੀ ਕਿਰਿਆ ਚ ਆ ਤਾਂ ਫਿਰ ਉਹਨੂੰ ਬੋਲਾਂਗੇ। ਜੇ ਸਾਡੇ ਸਾਹਮਣੇ ਜਪ ਬਾਣੀ ਦੀ ਤੀਜੀ ਪੌੜੀ ਦੀਆਂ ਆਖਰੀ ਲਾਈਨਾਂ ਤਾਂ ਫਿਰ ਸਾਨੂੰ ਸੋਚਣਾ ਵੀ ਪਏਗਾ ਹੁਕਮੀ ਹੁਕਮ ਚਲਾਏ ਰਾਹ, ਰਾਹੋ ਨਹੀਂ। ਕਾਰਨ ਰਾਹ ਬਹੁਤੇ ਨਹੀਂ, ਰੱਬ ਇੱਕ ਆ, ਰੱਬ ਵੱਲ ਜਾਂਦਾ ਰਾਹ ਵੀ ਇੱਕ ਹੀ ਹੈ। ਉਹ ਇੱਕ ਵਚਨ ਪੁਲਿੰਗ ਹੈ। ਨਾਨਕ ਵਿਗਸੈ ਵੇ ਪ੍ਰਵਾਹ, ਹਾਹੇ ਨੂੰ ਔਂਕੜ ਇੱਕ ਵਚਨ ਪੁਲਿੰਗ ਦੱਸ ਰਿਹਾ ਕਿ ਇੱਕ ਵਚਨ ਲਈ, ਪੁਲਿੰਗ ਲਈ, ਪਰਮੇਸ਼ਰ ਲਈ ਆ ਰਿਹਾ। ਉਹ ਆਪ ਵਿਗਸ ਰਿਹਾ, ਖੁਸ਼ ਹੋ ਰਿਹਾ ਹੈ, ਉਹ ਸਦਾ ਖਿੜਿਆ ਹੋਇਆ ਹੈ। ਤੋ ਇਹ ਥੋੜਾ ਬਹੁਤਾ ਜ਼ਿਆਦਾ ਬਰੀਕੀ ਵਾਲਾ ਵੀ ਹੈ, ਥੋੜਾ ਜਿਹਾ ਔਖਾ ਵੀ ਲੱਗ ਜਾਂਦਾ ਹੈ। ਇਸ ਕਰਕੇ ਆਪਾਂ ਬਹੁਤਾ ਛੇੜਛਾੜੇ ਦੀ ਨਹੀਂ ਕਰਦੇ, ਬਾਣੀ ਚੋਂ ਹੀ ਆਪਾਂ ਥੋੜਾ ਥੋੜਾ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਸਾਡਾ ਜਿਹੜੀ ਰੁਚੀ ਆ, ਰੌਚਕਤਾ ਆ ਜਿਹੜੀ ਉਹ ਬਣੀ ਰਵੇ। ਤਾਂ ਜੇ ਆਪ ਜੀ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਲੱਗੋ ਥੋੜਾ ਜਿਹਾ, ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਕ ਛੋਟਾ ਜਿਹਾ ਟਰੈਕਟ, ਵੱਡੀਆਂ ਕਿਤਾਬਾਂ ਤਾਂ ਔਖੀਆਂ ਨੇ, ਛੋਟਾ ਜਿਹਾ ਟਰੈਕਟ ਜਿਹੜਾ ਉਹ ਤੁਹਾਡੇ ਲਈ ਇੱਥੇ ਅਸੀਂ ਲਿਆ ਕੇ ਰੱਖ ਲਾਂਗੇ। ਜਿਹਨੂੰ ਲੋੜ, ਜਿਹੜਾ ਪੜ੍ਹ ਸਕਦਾ, ਜਿਹੜਾ ਸਮਝ ਸਕਦਾ, ਤੁਸੀਂ ਆਪ ਖੁਦ ਉਹਨੂੰ ਦੇਖਣ ਦੀ ਕੋਸ਼ਿਸ਼ ਕਰ ਲਿਓ। ਗੁਰਬਾਣੀ ਵਿਆਕਰਣ ਦੇ ਸਰਲ ਨੇਮ, ਛੋਟਾ ਜਿਹਾ ਟਰੈਕਟ ਹੈ, ਬਹੁਤਾ ਔਖਾ ਨਹੀਂ ਹੈਗਾ। ਤਾਂ ਉਹ ਤੁਸੀਂ ਆਪਣੇ ਕੋਲ ਰੱਖਿਓ। ਉਹਦੇ 'ਚ ਬਹੁਤ ਸਾਰੀਆਂ ਸੇਧਾਂ ਗ੍ਰਾਮਰ ਦੇ ਪੱਖ ਤੋਂ ਇਦਾਂ ਸਾਨੂੰ ਦਿੱਤੀਆਂ ਹੋਈਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਸ਼ਬਦਾਰਥ ਸ਼ਬਦ ਆ, ਸ਼ਬਦਾਰਥ ਪੋਥੀ ਦੇ ਆਰੰਭ ਵਿੱਚ ਪਹਿਲਾਂ ਪ੍ਰਿੰਸੀਪਲ ਤੇਜਾ ਸਿੰਘ ਹੋਰਾਂ ਦੀਆਂ ਗ੍ਰਾਮਰ ਦੇ ਪ੍ਰਤੀ ਕੁਝ ਹਦਾਇਤਾਂ ਜਿਹੜੀਆਂ ਬੜੀਆਂ ਸੌਖੀਆਂ ਜਿਹੀਆਂ ਕਰਕੇ ਉਹਨਾਂ ਨੇ ਉੱਥੇ ਵੀ ਦਰਸਾਈਆਂ ਹੋਈਆਂ। ਔਰ ਜਿੰਨਾ ਕੋਈ ਸ਼ਬਦਾਰਥ ਪੋਥੀ ਹੋਵੇ ਤੁਸੀਂ ਉੱਥੋਂ ਵੀ ਪਹਿਲੀ ਪੋਥੀ ਤੋਂ ਦਰਸ਼ਨ ਕਰ ਸਕਦੇ ਹੋ ਜੀ। ਮਹਿਲਾ ਤੀਜਾ, ਹਉਮੈ ਜਗਤ ਭੁਲਾਇਆ, ਦੁਰਮਤ ਵਿਖਿਆ ਵਿਕਾਰ, ਸਤਿਗੁਰ ਮਿਲੈ ਤਾਂ ਨਦਰ ਹੋਏ, ਮਨ ਮੁਖ ਅੰਧ ਅੰਧਿਆਰ। ਨਾਨਕ ਆਪੇ ਮੇਲ ਲਏ ਜਿਸਨੋ, ਸ਼ਬਦ ਲਾਏ ਪਿਆਰ। ਨਾਨਕ ਆਪੇ ਮੇਲ ਲਏ, ਇੱਥੇ ਰੁਕ ਜਾਈਏ। ਨਾਨਕ ਆਪੇ ਮੇਲ ਲਏ ਜਿਸਨੋ, ਸ਼ਬਦ ਲਾਏ ਪਿਆਰ। ਠੀਕ ਹੈ। ਪੌੜੀ, ਸੱਚ ਸੱਚੇ ਕੀ ਸਿਫਤ ਸਲਾਹ ਹੈ, ਸੋ ਕਰੇ ਜਿਸ ਅੰਦਰ ਭਿਜੈ। ਜਿਨੀ ਇੱਕ ਮਨ ਇੱਕ ਅਰਾਧਿਆ, ਤਿਨ ਕਾ ਕੰਧ ਨ ਕਬਹੂ ਛਿਜੈ। ਧਨ ਧਨ ਪੁਰਖ ਸ਼ਾਬਾਸ਼ ਹੈ, ਜਿਨ ਸੱਚ ਰਸਨਾ ਅੰਮ੍ਰਿਤ ਪੀਜੈ। ਸੱਚ ਸੱਚਾ ਜਿਨ ਮਨ ਭਾਵਦਾ, ਸੇ ਮਨ ਸੱਚੀ ਦਰਗਾ ਲਿਜੈ। ਧਨ ਧਨ ਜਨਮ ਸਚਿਆਰਿਆ, ਸਚਿਆਰੀਆਂ। ਧਨ ਧਨ ਜਨਮ ਸਚਿਆਰੀਆਂ। ਮੁਖ ਉਜਲ ਸੱਚ ਕਰਿਜੈ। ਸ਼ਲੋਕ ਮਹਲਾ ਚੌਥਾ। ਸਾਗਤ ਜਾਏ ਨਿਵੈ ਗੁਰ ਆਗੈ, ਮਨ ਕੋਟੇ ਕੂੜ ਕੂੜਿਆਰੇ।
ਜਾਂ ਗੁਰ ਕਹੈ ਉਠੋ ਮੇਰੇ ਭਾਈ, ਬਹਿ ਜਾਹੇ ਕੁਸਰ ਬਗੁਲਾਰੇ। ਸਾਕਤ ਜਾਏ ਨਿਵੈ ਗੁਰ ਆਗੈ, ਮਨ ਖੋਟੇ ਕੂੜ ਕੂੜਿਆਰੇ। ਜਾਂ ਗੁਰ ਕਹੈ ਉਠੋ ਮੇਰੇ ਭਾਈ। ਸਾਕਤ ਗੁਰੂ ਦੇ ਅੱਗੇ ਜਾ ਕੇ ਨਿਮ ਕੋਈ ਵੀ ਸਕਦਾ, ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ, ਕੋਈ ਵੀ ਨਿਮ ਸਕਦਾ ਹੈ, ਕੋਈ ਦਿੱਕਤ ਨਹੀਂ। ਪਰ ਸਤਿਗੁਰੂ ਉਦੋਂ ਅਗਲੀਆਂ ਗੱਲਾਂ ਵੱਲ ਧਿਆਨ ਦਿਵਾਉਂਦੇ ਆ। ਜਾਂ ਗੁਰ ਕਹੈ ਉਠੋ ਮੇਰੇ ਭਾਈ, ਜਦੋਂ ਗੁਰੂ ਨੇ ਕਿਹਾ ਉਠੋ, ਜਿੱਥੇ ਖੜੇ ਹੋ ਇੱਥੋਂ ਅੱਗੇ ਤੁਰੀਏ, ਤੇ ਸਤਿਗੁਰੂ ਕਹਿੰਦੇ ਬਹਿ ਜਾਏ ਘੁਸਰ ਬਗੁਲਾਰੇ। ਘੁਸਰ ਘੇਸਲ ਮਾਰ ਕੇ, ਕੁਸਰ ਕੇ, ਸਿਰ ਨੀਵਾਂ ਕਰਕੇ, ਛੁਪ ਕੇ, ਜਿਵੇਂ ਬਗਲਾ ਨੀਵੀਂ ਜੀ ਪਾ ਕੇ ਮਸਤ ਜਿਹਾ ਹੋ ਜਾਂਦਾ ਨਾ, ਐਵੇਂ ਘੇਸਲ ਜੀ ਮਾਰ ਕੇ ਬਹਿ ਜਾਂਦੇ ਨੇ, ਹਿਲਦੇ ਨਹੀਂ। ਅੱਛਾ, ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਸੀਂ ਨਮਸਕਾਰ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਸਾਨੂੰ ਕਹਿੰਦੇ ਆ ਵੀ ਉਠੋ। ਵੇਖਿਆ ਕਦੀ ਮਹਿਸੂਸ ਹੋਇਆ ਹੋਵੇ ਕਿ ਗੁਰੂ ਨੇ ਕਿਹਾ ਵੀ ਉਠੋ? ਨਹੀਂ ਲੱਗਦਾ। ਇਹੀ ਸਭ ਤੋਂ ਵੱਡੀ ਸਾਡੀ ਦਿੱਕਤ ਹੈ ਕਿ ਅਸੀਂ ਜਦੋਂ ਵੀ ਬਹਿੰਦੇ ਹਾਂ, ਪਾਠ ਕਰਦੇ, ਸਾਨੂੰ ਇਹ ਨਹੀਂ ਲੱਗਦਾ ਕਿ ਗੁਰੂ ਸਾਨੂੰ ਕੁਝ ਕਹਿ ਰਿਹਾ ਜਾਂ ਅਸੀਂ ਗੁਰੂ ਨੂੰ ਕੁਝ ਪੁੱਛ ਰਹੇ। ਅਸੀਂ ਗੱਲਾਂ ਕਰੀਏ ਗੁਰੂ ਨਾਲ, ਦੇਖ ਲੈਣਾ। ਤੇ ਆਹ ਜਿਹੜਾ ਰੱਟਾ ਲੱਗਾ ਨਾ ਵੀ ਇੰਨਾ ਕਰਕੇ ਹੀ ਹਟਣਾ, ਉਹ ਛੱਡ ਦਈਏ, ਉਹ ਛੱਡ ਦਈਏ। ਔਰ ਤੁਹਾਡਾ ਧੰਨਵਾਦ ਵੀ ਕਰਦਾ ਕਿ ਅਸੀਂ ਇੱਕ ਵਿਚਾਰ ਤੁਹਾਡੇ ਸਾਹਮਣੇ ਰੱਖਿਆ ਸੀ ਕਿ 1 ਤਰੀਕ ਦੀ ਆਪਾਂ ਸਮਾਪਤੀ ਦੀ ਗੱਲ ਕਰ ਰਹੇ ਹਾਂ, ਪਰ ਜੇ 1 ਤਰੀਕ ਨੂੰ ਸਮਾਪਤੀ ਨਾ ਹੋਈ, ਜਿਸ ਚਾਲ 'ਚ ਆਪਾਂ ਚੱਲੀ ਜਾਂਦੇ ਹਾਂ, ਤਾਂ ਵੀਰ ਜੀ ਨੇ ਗਿਣਤੀ ਕੀਤੀ ਸੀ, ਕਹਿੰਦੇ 1 ਨੂੰ ਸਮਾਪਤੀ ਇਸ ਹਿਸਾਬ ਨਾਲ ਨਹੀਂ ਹੋਣੀ। ਤਾਂ ਤੁਹਾਡੇ ਸਾਹਮਣੇ ਇੱਕ ਵਿਚਾਰ ਰੱਖਿਆ ਸੀ ਕਿ ਕਿੱਦਾਂ ਕੀਤਾ ਜਾਏ। ਤੇ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਕਿਹਾ ਵੀ ਨਹੀਂ, ਇਹਨੂੰ ਬਦਲੋ ਨਾ, ਹੁਣ ਤੇਜ਼ ਨਾ ਕਰੋ, ਇਦਾਂ ਹੀ ਠੀਕ ਆ। ਔਰ ਇੱਕ ਵੀਰ ਜੀ ਨੇ ਮੈਨੂੰ ਇਹ ਵੀ ਕਿਹਾ ਸੀ, ਪਾਠ ਕਰਨਾ ਤਾਂ ਅਸੀਂ ਤੇ ਘਰੇ ਵੀ ਕਰ ਲਾਂਗੇ, ਪਾਠ ਦੀ ਕਿਹੜੀ ਗੱਲ ਹੈ, ਇਸੇ ਕਰਕੇ ਤੇ ਇੱਥੇ ਆਉਂਦੇ ਹਾਂ ਕਿ ਅਸੀਂ ਵਿਚਾਰ ਕੇ ਪੜ੍ਹੀਏ। ਤਾਂ ਇਹ ਰਾਇਆਂ ਸਾਡੇ ਤੱਕ ਤੁਹਾਡੇ ਚੋਂ ਆਈਆਂ ਸੀ। ਤੋਂ ਅਸੀਂ ਗੁਰੂ ਨਾਲ ਗੱਲਾਂ ਕਰੀਏ, ਉਹਦਾ ਨਜ਼ਾਰਾ, ਉਹਦਾ ਸਵਾਦ ਕੁਝ ਹੋਰ ਹੋਏਗਾ। ਪਰ ਜਿਹੜੀ ਗੱਲ ਮੈਂ ਕਹਿ ਰਿਹਾ ਸਾਂ, ਗੁਰੂ ਨੇ ਬੜੀ ਵਾਰ ਕਿਹਾ ਉਠੋ, ਨਹੀਂ ਕਿਹਾ? ਸੁਣਿਆ ਹੀ ਨਹੀਂ। ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਪੈ ਮੁਰਾਰ। ਨਹੀਂ ਕਿਹਾ ਉੱਠਣ ਨੂੰ। ਸੌਣਾ ਕੱਲਾ ਸਰੀਰਕ ਤੌਰ ਤੇ ਨਹੀਂ, ਗਫਲਤਾ ਦੀ ਨੀਂਦ ਵੀ ਅਸੀਂ ਸੁੱਤੇ ਹੋਏ ਹਾਂ, ਤੁਰਦਿਆਂ ਫਿਰਦਿਆਂ ਕੰਮਕਾਰ ਕਰਦਿਆਂ ਨੂੰ ਵੀ ਗੁਰੂ ਕਹਿੰਦਾ ਸੁੱਤੇ ਨੇ, ਤਾਂ ਵਿਚਾਰੇ ਜਾਗੇ ਹੀ ਨਹੀਂ। ਸੋਝੀ ਵੀ ਹੋਣੇ ਬੰਦੇ ਨੂੰ ਵੀ ਸਤਿਗੁਰੂ ਸੁੱਤਾ ਹੀ ਕਹਿੰਦੇ ਨੇ, ਠੀਕ ਹੈ ਨਾ ਜੀ? ਕਬੀਰ ਸੂਤਾ ਕਿਆ ਕਰੈ, ਉੱਠ ਕੇ ਨਾ ਜਪੈ ਮੁਰਾਰ। ਇੱਕ ਨਹੀਂ, ਫਿਰ ਹੋਰ ਵੀ ਸ਼ਲੋਕ। ਕਬੀਰ ਸੂਤਾ ਕਿਆ ਕਰੈ, ਬੈਠਾ ਰੋ ਅਰ ਜਾਗ। ਗੁਰੂ ਨੇ ਇੱਕ ਵਾਰੀ ਨਹੀਂ, ਬੜੀ ਵਾਰੀ ਕਿਹਾ। ਆਪਾਂ ਪਹਿਲਾਂ ਵੀ ਦੁਹਰਾ ਕੇ ਹਟੇ ਹਾਂ। ਗੁਰੂ ਅਮਰਦਾਸ ਵੀ ਆਵਾਜ਼ਾਂ ਮਾਰਦੇ ਨਾ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ। ਕਿਹਾ ਨਾ ਆਓ, ਤੇ ਕੀ ਕਰੋ? ਕਿਹਾ ਨਾ। ਤੇ ਉਹੀ ਗੱਲ ਗੁਰੂ ਰਾਮਦਾਸ ਜੀ ਕਰਦੇ ਆ, ਕਹਿੰਦੇ ਜਾ ਕੇ ਗੁਰੂ ਅੱਗੇ ਨਿਮਦੇ ਨੇ, ਤੇ ਜਦੋਂ ਗੁਰੂ ਕਹਿੰਦਾ ਉਠੋ, ਉਦੋਂ ਘੇਸਲ ਮਾਰ ਜਾਂਦੇ ਨੇ, ਉਦੋਂ ਘੇਸਲ ਮਾਰ ਜਾਂਦੇ ਨੇ। ਜ਼ਿੰਦਗੀ 'ਚ ਬੜੀ ਵਾਰੀ ਘੇਸਲ ਮਾਰ ਲਈ ਆ, ਵੱਜ ਗਈ ਜਿੰਨੀ ਵਾਰੀ ਘੇਸਲ ਵੱਜਣੀ ਸੀ। ਹੁਣ ਜਾਗ ਜਾਈਏ,
ਆਪਣੀ ਵਿਰਾਸਤ ਨੂੰ, ਆਪਣੇ ਵਿਰਸੇ ਨੂੰ ਸੰਭਾਲੀਏ, ਤਕੜੇ ਹੋਈਏ, ਇੱਕ ਦੂਜੇ ਨਾਲ ਜੁੜੀਏ, ਇੱਕ ਦੂਜੇ ਕੋਲ ਬੈਠੀਏ, ਇੱਕ ਦੂਜੇ ਦੀਆਂ ਬਾਹਾਂ ਬਣੀਏ, ਤਾਕਤ ਬਣੀਏ। ਬੜਾ ਕੁਝ ਕਰਨ ਵਾਲਾ ਹੈ। ਕੱਲਾ ਇੱਕ ਦੂਜੇ ਦੇ ਕੋਲ ਬਹਿ ਕੇ ਪੰਜਾਬ ਰੁੜ ਗਿਆ ਯਾਰ, ਇਹਨਾਂ ਨੇ ਬੇੜਾ ਗਰਕ ਕਰ, ਇਹਨਾਂ ਗੱਲਾਂ ਨਾਲ ਕੱਖ ਨਹੀਂ ਹੋਣਾ। ਕੀ ਹੋ ਜਾਊਗਾ? ਜੇ ਇਹ ਗੱਲ ਦਾ ਪਤਾ ਲੱਗ ਰਿਹਾ ਨਾ ਕਿ ਆਹ ਸਾਰਾ ਵਿਗਾੜ ਹੋ ਰਿਹਾ, ਤਾਂ ਉਸ ਵਿਗਾੜ ਨੂੰ ਸੁਧਾਰਨ ਲਈ ਵੀ ਸਾਨੂੰ ਆਪ ਹੀ ਕੁਝ ਕਰਨਾ ਪੈਣਾ, ਇੱਕ ਦੂਜੇ ਦੇ ਨਾਲ ਖਲੋਣਾ ਪੈਣਾ, ਸਾਨੂੰ ਵਿਚਾਰਾਂ ਦੀ ਸਾਂਝ ਕਰਨੀ ਪਏਗੀ, ਇੱਕ ਦੂਜੇ ਦੀ ਸੁਣਨੀ ਮੰਨਣੀ ਕਰਨੀ ਪਏਗੀ। ਕਿਉਂ ਜੀ? ਠੀਕ ਹੈ ਨਾ? ਆਪਾਂ ਸਲੋਕ ਵੱਲ ਵੇਖੀਏ, ਫਿਰ ਟਾਈਮ ਦੀ ਸਮਾਪਤੀ ਹੋ ਰਹੀ, ਤਾਂ ਕਿ ਅਸੀਂ ਟਾਈਮ 'ਚ ਰਹਿ ਸਕੀਏ। ਗੁਰ ਸਿੱਖਾਂ ਅੰਦਰ ਸਤਿਗੁਰ ਵਰਤੈ, ਚੋਣ ਵਕ ਕਟੇ ਲਦੋ ਵਾਰੇ ਹੋਏ। ਚੁਣ ਕੱਢੇ ਲੱਦੋ ਵਾਰੇ, ਚੋਣ ਕਟੇ ਲਦੋ ਵਾਰੇ ਹੋਏ। ਅੱਗੇ ਪਿੱਛੇ ਬਹਿ ਮੂੰਹ ਛਪਾਇਨ, ਨਾ ਰਲਨੀ ਫੁਟਿਆਰੇ। ਅੱਗੇ ਪਿੱਛੇ ਬਹਿ ਕੇ ਮੂੰਹ ਛਪਾਉਂਦੇ, ਜਾਨੀ ਕਿ ਗੁਰੂ ਵੱਲ ਮੂੰਹ ਸਿੱਧੇ ਤਰੀਕੇ ਨਾਲ ਕਰਦੇ ਨਹੀਂ। ਹਾਂਜੀ। ਉਹਨਾਂ ਦਾ ਭਖ ਸੋ ਉਥੈ ਨਾਹੀ, ਜਾਏ ਕੂੜ ਲੈਣ ਭੇਡਾਰੇ। ਹਾਂ, ਉਹਨਾਂ ਦਾ ਭਖ, ਭਖ ਦਾ ਅਰਥ ਹੈ ਖਾਣਾ। ਇਹ ਆ ਜਿਹੜੇ ਬਗਲੇ ਵਾਂਗੂ ਘੇਸਲ ਮਾਰਨ ਵਾਲੇ ਨੇ ਨਾ, ਇਹਨਾਂ ਦਾ ਖਾਣਾ ਨਹੀਂ ਇੱਥੇ ਹੈਗਾ। ਇਹਨਾਂ ਦਾ ਖਾਣਾ ਇੱਥੇ ਨਹੀਂ ਹੈਗਾ। ਹੰਸਾਂ ਹੀਰਾ ਮੋਤੀ ਚੁਗਣਾ, ਬੱਗ ਡੱਡਾਂ ਭਾਲਣ ਜਾਵੇ। ਬਗਲੇ ਦਾ ਖਾਣਾ ਤਾਂ ਡੱਡੀਆਂ ਆ, ਹੰਸ ਦਾ ਖਾਣਾ ਮੋਤੀ ਆ। ਫਰਕ ਪੈ ਗਿਆ। ਸਤਿਗੁਰੂ ਕਹਿੰਦੇ ਆ ਜਿਹੜੇ ਅੱਗੇ ਪਿੱਛੇ ਬਹਿ ਕੇ ਮੂੰਹ ਛਪਾਉਣ ਵਾਲੇ ਆ ਨਾ, ਜਿਹੜੇ ਗੁਰੂ ਵੱਲ ਸਿੱਧਾ ਮੂੰਹ ਕਰਦੇ ਨਹੀਂ, ਇਹਨਾਂ ਦਾ ਭਖ, ਇਹਨਾਂ ਦਾ ਖਾਣਾ ਇੱਥੇ ਹੈ ਹੀ ਨਹੀਂ। ਇਹਨਾਂ ਦਾ ਖਾਣਾ ਨਹੀਂ ਇੱਥੇ ਹੈਗਾ, ਇਹਨਾਂ ਦੀ ਪਸੰਦ ਦਾ ਭੋਜਨ ਨਹੀਂ ਇੱਥੇ ਹੈਗਾ। ਇਹ ਤਾਂ ਵਿਚਾਰੇ ਨਿਰਾਸ਼ ਨੇ, ਤਾਂ ਵਿਚਾਰੇ ਇੱਕ ਦੂਜੇ ਦੇ ਪਿੱਛੇ ਬਹਿ ਕੇ ਮੂੰਹ ਛਪਾਉਂਦੇ ਨੇ, ਤਾਂ ਗੁਰੂ ਵੱਲੋਂ ਆਨਾਕਾਨੀ ਕਰਦੇ ਨੇ। ਇਹਨਾਂ ਦਾ ਭਖ ਇੱਥੇ ਹੈ ਨਹੀਂਗਾ। ਹਾਂਜੀ। ਜੇ ਸਾਖਤ ਨਰ ਖਾਵਾਈਐ ਲੋਚੀਐ, ਵੇਖ ਕੱਢੈ ਮੁਖ ਉਗਲਾਰੇ। ਜੇ ਕਿਸੇ ਨੂੰ ਧੱਕੇ ਨਾਲ ਖਵਾਉਣ ਦੀ ਕੋਸ਼ਿਸ਼ ਕਰੋ, ਕਹਿੰਦੇ ਸਾਖਤ ਨੂੰ ਧੱਕੇ ਨਾਲ ਖਵਾਈਐ ਲੋਚੀਐ, ਲੋਚਾ ਰੱਖੋ ਖਵਾਉਣ ਦੀ, ਧੱਕੇ ਨਾਲ ਖਵਾਓ, ਫੜ ਕੇ ਖਵਾਓ। ਕਹਿੰਦੇ ਖਵਾ ਲਓ, ਕੋਈ ਗੱਲ ਨਹੀਂ, ਤੁਹਾਡੇ 'ਚ ਜ਼ੋਰ ਹੈ, ਖਵਾਓ। ਪਰ ਜਿੰਨਾ ਖਵਾਓਗੇ ਨਾ, ਉਨਾ ਹੀ ਜ਼ਹਿਰ ਬਾਹਰ ਕੱਢੇਗਾ। ਇਹਨੇ ਖਾਣਾ ਨਹੀਂ। ਤਾਂ ਕੁਝ ਸੁਭਾਅ ਜਿਹੜੇ ਆ ਉਹ ਇਦਾਂ ਦੇ ਹੁੰਦੇ ਹੀ ਆ। ਉਹ ਸੁਭਾਅ ਨਹੀਂ ਬਦਲੇ ਜਾ ਸਕਦੇ। ਉਸ ਸੁਭਾਅ ਨਾਲ ਜਿਹੜਾ ਇਹੋ ਜਿਹਾ ਸੁਭਾਅ ਕਿਤੇ ਸਾਨੂੰ ਲੱਗਦਾ ਉੱਥੇ ਟੱਕਰਾਂ ਮਾਰਨ ਦੀ ਲੋੜ ਨਹੀਂ। ਗੁਰੂ ਨੇ ਸਪਸ਼ਟ ਹੀ ਕਹਿ ਦਿੱਤਾ ਹੈ, ਇਹਨਾਂ ਨੂੰ ਖਵਾਉਣ ਦੀ ਲੋਚਾ ਰੱਖੋਗੇ, ਇਹਨਾਂ ਨੇ ਜ਼ਹਿਰ ਕੱਢਣਾ, ਇਹਨਾਂ ਨੂੰ ਖਵਾਉਣ ਦਾ ਫਾਇਦਾ ਨਹੀਂ ਹੋਏਗਾ। ਹਾਂਜੀ। ਹਰ ਸਾਖਤ ਸੇਤੀ ਸੰਗ ਨਾ ਕਰਿਓ, ਹੋਏ ਮਾਰੇ ਸਿਰਜਣ ਹਾਰੇ। ਜਿਸ ਕਾ ਇਹ ਖੇਲ ਸੋਈ ਕਰ ਵੇਖੈ, ਜਨ ਨਾਨਕ ਨਾਮ ਸਮਾਰੇ। ਮਹਿਲਾ ਚੌਥਾ। ਸਤਿਗੁਰ ਪੁਰਖ ਅਗੰਮ ਹੈ, ਜਿਸ ਅੰਦਰ ਹਰ ਗੁਰ ਧਾਰਿਆ। ਸਤਿਗੁਰੂ ਨੋ ਅਪੜ ਕੋਇ ਨਾ ਸਕੈ, ਜਿਸ ਵੱਲ ਸਿਰਜਣ ਹਾਰਿਆ। ਸਤਿਗੁਰੂ ਕਾ ਖੜਗ ਸੰਜੋਗ ਹਰ ਭਗਤ ਹੈ, ਜਿਤ ਕਾਲ ਕੰਟਕ ਮਾਰ ਵਿਡਾਰਿਆ। ਸਤਿਗੁਰੂ ਕਾ ਰਖਣ ਹਾਰਾ ਹਰ ਆਪ ਹੈ, ਸਤਿਗੁਰੂ ਕੈ ਪਿਛੈ ਹਰ ਸਭ ਉਭਾਰਿਆ। ਜੋ ਮੰਦਾ ਚਿਤਵੈ ਪੂਰੇ ਸਤਿਗੁਰੂ ਕਾ, ਸੋ ਆਪ ਉਪਾਵਨ ਹਾਰੈ ਮਾਰਿਆ। ਇਹ ਗੱਲ ਹੋਵੇ ਹਰ ਦਰਗਾਹ ਸੱਚੇ ਕੀ,
ਜਨ ਨਾਨਕ ਅਗੰਮ ਵਿਚਾਰਿਆ। ਪੌੜੀ ਸੱਚ ਸੁਤਿਆਂ ਜਿਨੀ ਅਰਾਧਿਆ। ਜਾਂ ਉਠੇ ਤਾਂ ਸੱਜ ਜਵੇ। ਸੇ ਬਿਰਲੇ ਜੁਗ ਮੈਂ ਜਾਣੀਐ। ਜੋ ਗੁਰਮੁਖ ਸੱਜ ਰਵੇ। ਹਉ ਬਲਿਹਾਰੀ ਤਿਨ ਕੋ ਜੇ ਅਨ ਦਿਨ ਸੱਜ ਲਵੇ। ਜਿਨ ਮਨ ਤਨ ਸੱਚਾ ਭਾਵਦਾ ਸੇ ਸੱਚੀ ਦਰਗਾਹ ਗਵੇ। ਜਨ ਨਾਨਕ ਬੋਲੇ ਸਤ ਨਾਮ ਸੱਚ ਸੱਜਾ ਸਦਾ ਨਵੇਂ। ਤੋ ਸਾਡੇ ਟਾਈਮ ਦੀ ਇੱਥੇ ਸਮਾਪਤੀ ਹੈ ਜੀ। ਆਓ ਅਖੀਰ